ਸਮੂਹ ਦਰਸ਼ਕਾਂ ਦਾ ਆਵਾਜ਼ੇ ਪੰਜਾਬ ਪ੍ਰੋਗਰਾਮ ਚੈਨਲ ਪੰਜਾਬੀ ਗਲੋਬਲ ਪੰਜਾਬ ਤੇ ਸਵਾਗਤ ਹੈ। ਮਨੁੱਖੀ ਹੱਕਾਂ ਦੇ ਰਾਖੇ ਅਤੇ ਪੰਜਾਬੀਆਂ ਦੇ ਲੋਕ ਨਾਇਕ ਜਸਟਿਸ ਅਜੀਤ ਸਿੰਘ ਬੈਂਸ, ਜਿਨ੍ਹਾਂ ਦੀ ਜਨਮ ਸ਼ਤਾਬਦੀ ਦਾ ਇਹ ਵਰ੍ਹਾ ਹੈ ਅਤੇ ਉਹ 100 ਸਾਲ ਦੀ ਉਮਰ ਭੋਗ ਕੇ ਇਸੇ ਹੀ ਵਰ੍ਹੇ 11 ਫਰਵਰੀ ਨੂੰ ਸਦੀਵੀ ਵਿਛੋੜਾ ਦੇ ਗਏ ਸਨ। ਉਹਨਾਂ ਨੂੰ ਯਾਦ ਕਰਦਿਆਂ ਸਮਾਗਮ ਹੋ ਰਹੇ ਨੇ, ਇਕੱਤਰਤਾਵਾਂ ਹੋ ਰਹੀਆਂ। ਇਸ ਲੜੀ ਦੇ ਵਿੱਚ ਪਹਿਲੇ ਪ੍ਰੋਗਰਾਮ ਤੋਂ ਬਾਅਦ ਇਹ ਦੂਸਰੀ ਗੱਲਬਾਤ ਅਸੀਂ ਜਾਰੀ ਰੱਖਦੇ ਹਾਂ, ਜਿਸ ਦੇ ਵਿੱਚ ਸਭ ਤੋਂ ਪਹਿਲਾਂ ਇਹ ਦੱਸ ਦਈਏ ਕਿ 22 ਤਾਰੀਖ ਦਿਨ ਐਤਵਾਰ ਨੂੰ ਸਟ੍ਰਾਬੇਰੀ ਹਿੱਲ, ਜਿਹੜੀ ਕਿ ਸਰੀ ਦੇ ਵਿੱਚ 122 ਸਟਰੀਟ ਤੇ 72 ਤੇ ਸਥਿਤ ਹੈ, ਉਸ ਜਗ੍ਹਾ 'ਤੇ ਜਸਟਿਸ ਬੈਂਸ ਹੋਰਾਂ ਦੇ 100ਵੇਂ ਜਨਮ ਦਿਨ ਨੂੰ ਮਨਾਉਂਦਿਆਂ ਖਾਸ ਸੈਮੀਨਾਰ ਕੀਤਾ ਜਾਏਗਾ, ਜਿਨ੍ਹਾਂ ਦੇ ਵਿੱਚ ਸ਼ਹੀਦ ਜਸਵੰਤ ਸਿੰਘ ਖਾਲੜਾ, ਉਹਨਾਂ ਦੇ ਸੁਪਤਨੀ ਬੀਬੀ ਪਰਮਜੀਤ ਕੌਰ ਖਾਲੜਾ, ਉਹ ਵੀ ਵਿਸ਼ੇਸ਼ ਬੁਲਾਰੇ ਹੋਣਗੇ। ਹੋਰ ਵਿਚਾਰਾਂ ਹੋਣਗੀਆਂ। ਜਸਟਿਸ ਸਾਹਿਬ ਦੇ ਸੰਘਰਸ਼ ਨੂੰ ਬਿਆਨ ਕੀਤਾ ਜਾਏਗਾ ਅਤੇ ਮੌਜੂਦਾ ਸਮੇਂ ਜਿਹੜੀਆਂ ਚੁਣੌਤੀਆਂ ਉਹਨਾਂ 'ਤੇ ਗੱਲਬਾਤ ਹੋਏਗੀ। ਸੋ ਇਹਨਾਂ ਵਿਚਾਰਾਂ ਨੂੰ ਪ੍ਰਣਾਏ ਹੋਏ ਲੋਕ ਵੱਧ ਚੜ੍ਹ ਕੇ ਸ਼ਾਮਲ ਹੋਣ। ਦੁਪਹਿਰ ਨੂੰ 1:30 ਵਜੇ ਤੋਂ ਲੈ ਕੇ 4:30 ਵਜੇ ਤੱਕ ਇਹ ਇੱਕ ਉਪਰਾਲਾ ਕੀਤਾ ਗਿਆ ਹੈ। ਸੋ ਆਉਂਦੇ ਐਤਵਾਰ ਨੂੰ ਇਹ ਦਿਨ ਯਾਦ ਰੱਖਣਾ ਅਤੇ ਬੈਂਸ ਸਾਹਿਬ ਦੀ ਜਿੰਨੀ ਦੇਣ ਹੈ ਉਸ ਨੂੰ ਅਸੀਂ ਬਿਆਨ ਨਹੀਂ ਕਰ ਸਕਦੇ। ਉਹਨਾਂ ਨੇ ਹੱਡੀ ਜੋ ਹੰਢਾਇਆ ਹੈ ਉਸ 'ਤੇ ਗੱਲਬਾਤ ਕਰਦੇ ਹਾਂ, ਜਿੱਥੇ ਅਸੀਂ ਆਰੰਭ ਤੋਂ ਲੈ ਕੇ ਉਹਨਾਂ ਦੇ ਜੀਵਨ ਤੋਂ ਸਫ਼ਰ ਤੱਕ, ਜੋ ਉਹਨਾਂ ਦੀ ਬਾਕਾਇਦਾ ਤੌਰ 'ਤੇ ਐਡਵੋਕੇਟ ਜਨਰਲ ਤੱਕ ਦਾ ਸਫ਼ਰ ਸੀ, ਸਹਾਇਕ ਐਡਵੋਕੇਟ ਜਨਰਲ ਵਜੋਂ ਉਹਨਾਂ ਦੀ ਨਿਯੁਕਤੀ ਹੋਈ ਅਤੇ ਬਾਰ ਕੌਂਸਲ ਦੇ ਪ੍ਰਧਾਨ ਵੀ ਬਣੇ। ਉਸ ਤੋਂ ਬਾਅਦ ਉਹਨਾਂ ਨੂੰ ਜਿਵੇਂ ਜੱਜ ਨਿਯੁਕਤ ਕੀਤਾ ਗਿਆ, ਉਸ ਤੋਂ ਅੱਗੇ ਗੱਲਬਾਤ ਜਾਰੀ ਰੱਖਾਂਗੇ। ਸੋ ਇਸ ਗੱਲਬਾਤ ਦੇ ਵਿੱਚ ਸਾਡੇ ਨਾਲ ਵਿਚਾਰ ਕਰਨ ਦੇ ਲਈ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋ ਰਹੇ ਨੇ ਗੁਰਪ੍ਰੀਤ ਸਿੰਘ ਜੀ, ਜਿਨ੍ਹਾਂ ਨੇ ਰੈਡੀਕਲ ਦੇਸੀ ਦੇ ਵੱਲੋਂ, ਆਪਣੀ ਸੰਸਥਾ ਦੇ ਵੱਲੋਂ ਬਾਕਾਇਦਾ ਤੌਰ 'ਤੇ ਇਸ ਵਰ੍ਹੇ ਦਾ ਜਿਹੜਾ ਪਰਸਨ ਆਫ ਦੀ ਈਅਰ ਸਨਮਾਨ ਹੈ ਜਸਟਿਸ ਅਜੀਤ ਸਿੰਘ ਬੈਂਸ ਹੋਰਾਂ ਨੂੰ ਦੇਣ ਦਾ ਫੈਸਲਾ ਕੀਤਾ ਹੈ। ਇਹ ਇੱਕ ਸਤਿਕਾਰ ਹੈ ਅਤੇ ਇਸ ਦੇ ਨਾਲ ਆਪਣਾ ਮਾਣ ਵੀ ਵੱਧਦਾ ਹੈ। ਸੋ ਇਸ ਗੱਲਬਾਤ ਦੇ ਵਿੱਚ ਸ਼ਾਮਲ ਕਰਦੇ ਹਾਂ। ਜੀ ਆਇਆਂ ਨੂੰ ਗੁਰਪ੍ਰੀਤ ਸਿੰਘ ਜੀ, ਸਵਾਗਤ ਹੈ ਤੁਹਾਡਾ। ਬਹੁਤ ਸ਼ੁਕਰੀਆ ਗੁਰਦਸ ਸਿੰਘ ਜੀ, ਮੰਚ ਮੁਹੱਈਆ ਕਰਨ ਲਈ ਧੰਨਵਾਦ। ਸ਼ੁਕਰੀਆ ਜੀ। ਅਸੀਂ ਜਸਟਿਸ ਅਜੀਤ ਸਿੰਘ ਬੈਂਸ ਹੋਰਾਂ ਦੇ ਜੀਵਨ ਸਫ਼ਰ ਬਾਰੇ ਜਦੋਂ ਗੱਲਬਾਤ ਕਰਦੇ ਹਾਂ ਤਾਂ ਉਹਨਾਂ ਬਤੌਰ ਵਕੀਲ ਜਿੱਥੇ ਵਧੀਆ ਭੂਮਿਕਾ ਨਿਭਾਈ, ਆਖਿਰਕਾਰ ਇੱਕ ਸਮਾਂ ਆਇਆ ਜਦੋਂ ਕਿ ਇਹ ਮੌਕਾ ਮਿਲਿਆ ਕਿ ਇੱਕ ਸੰਘਰਸ਼ ਕਰਦੇ ਪਰਿਵਾਰ ਦੇ, ਫਰੀਡਮ ਫਾਈਟਰ ਪਰਿਵਾਰ ਦੇ ਪੜ੍ਹੇ ਲਿਖੇ ਨੌਜਵਾਨ ਯੋਗ ਕਾਬਲ ਵਿਅਕਤੀ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਜੱਜ ਨਿਯੁਕਤ ਕੀਤਾ ਗਿਆ। ਸੋ ਉਸ ਅਧਿਆਏ ਤੋਂ ਅਸੀਂ ਗੱਲਬਾਤ ਅੱਗੇ ਤੁਰਾਂਗੇ। ਰੋਸ਼ਨੀ ਪਾਓ। ਦੇਖੋ, ਜਦੋਂ ਜੱਜ ਰਹੇ ਉਸ ਤੋਂ ਬਾਅਦ 84 ਦਾ ਦੌਰ ਸੀ, ਉਦੋਂ ਹੀ ਉਹਨਾਂ ਦੀ ਜਿਹੜਾ ਜੱਜ ਦਾ ਕਾਰਜਕਾਲ ਸੀ ਉਹਦਾ ਸਮਾਪਤ ਹੋਇਆ। ਪਰ 84 ਦਾ ਵਰ੍ਹਾ ਇੱਕ ਇਹੋ ਜਿਹਾ ਵਰ੍ਹਾ ਸੀ ਜਿਸ ਨੇ ਸਾਰੇ ਸਿੱਖਾਂ ਲਈ ਇੱਕ, ਜਿਹਨੂੰ ਕਹਿੰਦੇ ਕਿ ਨਵਾਂ ਇੱਕ ਦੌਰ ਦਾ ਆਰੰਭ ਅਸੀਂ ਕਹਿ ਸਕਦੇ ਹਾਂ, ਕਿਉਂਕਿ ਉਹ ਨਵਾਂ ਦੌਰ ਇਸ ਰੂਪ 'ਚ ਸੀ ਕਿ ਐਡਾ ਵੱਡਾ ਜ਼ਲਜ਼ਲਾ ਆਇਆ ਜਿਸ ਨੇ ਇੱਕ ਸਿਆਸੀ ਸੋਝੀ ਪੈਦਾ ਕੀਤੀ ਸਿੱਖ ਕਮਿਊਨਿਟੀ ਦੇ ਵਿੱਚ, ਆਪਣੇ ਹੱਕਾਂ ਵਾਸਤੇ, ਆਪਣੀ ਪਛਾਣ ਵਾਸਤੇ। ਉਸ ਤੋਂ ਪਹਿਲਾਂ ਕਈ ਜਿਹੜੇ ਉਸ ਧਰਮ ਯੁੱਧ ਮੋਰਚੇ ਤੋਂ ਵੀ ਆਪੇ ਰਹੇ ਜਾਂ ਪਾਸੇ ਰਹੇ, ਉਹਨਾਂ ਨੂੰ ਵੀ ਮਜਬੂਰ ਹੋ ਕੇ ਸੋਚਣਾ ਪਿਆ ਕਿ ਸਾਨੂੰ ਆਪਣੇ ਭਵਿੱਖ ਨੂੰ ਲੈ ਕੇ ਚਿੰਤਾ ਕਰਨੀ ਚਾਹੀਦੀ ਹੈ। 84 ਦਾ ਦੁਖਾਂਤ ਇਹੋ ਜਿਹਾ ਸੀ। ਅਜੀਤ ਸਿੰਘ ਬੈਂਸ ਦੀ ਜ਼ਿੰਦਗੀ ਜਿਹੜਾ ਮੈਂ ਪੜ੍ਹਿਆ, ਇੱਕ ਮੋੜਾ ਇਹ ਆਇਆ ਕਿ ਉਹ ਪਹਿਲਾਂ ਸਿੱਖੀ ਪਛਾਣ ਨਾਲ ਉਸ ਰੂਪ 'ਚ ਨਹੀਂ ਸੀ ਜੁੜੇ ਹੋਏ, ਪਰ ਉਸ ਤੋਂ ਬਾਅਦ ਉਸ ਪਛਾਣ ਨਾਲ ਉਹਨਾਂ ਨੇ ਆਪਣੇ ਆਪ ਨੂੰ ਚੰਗੀ ਤਰ੍ਹਾਂ ਜੋੜ ਲਿਆ। ਮਿਸਾਲ ਤੌਰ 'ਤੇ ਦਾੜੀ ਵਧਾਉਣੀ ਸ਼ੁਰੂ ਕਰ ਦਿੱਤੀ। ਸੋ ਇਸ ਤਰੀਕੇ ਨਾਲ ਕਾਫੀ ਜੁੜ ਗਏ ਭਾਵਨਾਤਮਕ ਤੌਰ 'ਤੇ। ਇਹ ਵੀ ਉਹਨਾਂ ਨੇ ਮਹਿਸੂਸ ਕੀਤਾ ਕਿ ਧਰਮ ਯੁੱਧ ਮੋਰਚੇ ਵੇਲੇ ਵੀ ਜਾਂ 84 ਦੇ ਦੁਖਾਂਤ ਤੋਂ ਬਾਅਦ ਵੀ ਕਿ ਜਿਹੜੀ ਪੰਜਾਬ ਦੀ ਖੱਬੇ ਪੱਖੀ ਧਿਰਾਂ, ਕਿਉਂਕਿ ਉਹਨਾਂ ਦੇ ਮਾਹੌਲ ਘਰ ਦਾ ਇਹੋ ਜਿਹਾ ਸੀਗਾ, ਖੱਬੇ ਪੱਖੀ ਵਿਚਾਰਾਂ ਤੋਂ ਕਿਸੇ ਨਾ ਕਿਸੇ ਪ੍ਰਭਾਵਿਤ ਸੀ। ਉਹਨਾਂ ਨੇ ਮਹਿਸੂਸ ਕੀਤਾ ਕਿ ਬਹੁਤ ਵੱਡਾ ਇੱਕ ਫਰਕ ਹੈ, ਉਹਨਾਂ ਵੱਲੋਂ ਸ਼ਿੱਦਤ ਨਾਲ ਉਹਨਾਂ ਮੁੱਦਿਆਂ ਨੂੰ ਨਹੀਂ ਲਿਆ ਜਾ ਰਿਹਾ ਜਿਨ੍ਹਾਂ ਮੁੱਦਿਆਂ ਉੱਤੇ ਉਹਨਾਂ ਨੂੰ ਕੰਮ ਕਰਨਾ ਚਾਹੀਦਾ, ਜਿਹੜੇ ਲੋਕਾਂ ਨਾਲ ਜੁੜੇ ਹੋਏ ਮੁੱਦੇ। ਸੋ ਉਹਨਾਂ ਨੂੰ ਲੱਗਿਆ ਕਿ ਮੈਂ ਕੋਈ ਵੱਖਰਾ ਰਸਤਾ ਆਪਣਾ ਅਖਤਿਆਰ ਕਰਾਂ। ਉਸ ਤੋਂ ਬਾਅਦ ਉਹਨਾਂ ਦੀ ਜ਼ਿੰਦਗੀ ਲਈ ਐਕਟਿਵਿਜ਼ਮ ਦਾ ਦੌਰ ਸ਼ੁਰੂ ਹੁੰਦਾ। ਸਬਬ ਇਹ ਬਣਦਾ ਪਹਿਲਾਂ ਕਿ ਜਦੋਂ ਸੁਰਜੀਤ ਸਿੰਘ ਬਰਨਾਲੇ ਦੀ ਸਰਕਾਰ ਬਣਦੀ ਹੈ, ਉਹਨਾਂ ਨੂੰ ਮੌਕਾ ਮਿਲਦਾ ਕਿ ਬੈਂਸ ਕਮੇਟੀ ਬਣਾਓ ਔਰ ਜਿਹੜੇ ਸਿੱਖ ਕੈਦੀ ਨੇ ਉਹਨਾਂ ਦੀ ਖਲਾਸੀ ਹੋਵੇ, ਉਹਨਾਂ ਨੂੰ ਛੁਡਾਇਆ ਜਾਵੇ, ਉਹਨਾਂ ਨੇ ਕੁਛ ਕੀਤਾ ਜਾਵੇ। ਪਰ ਉਸ ਤੋਂ ਪਹਿਲਾਂ ਵੀ ਆਪਣੇ ਵੱਲੋਂ ਕੰਮ ਕਰ ਰਹੇ ਸੀ, ਜਿਹੜੇ ਜਾਲੀ ਮੁਕਾਬਲੇ, ਫਰਜ਼ੀ ਮੁਕਾਬਲੇ ਬਣਦੇ ਰਹੇ, ਜਾਂ ਜਿਹੜੇ ਸਿਆਸੀ ਕੈਦੀਆਂ ਦੇ ਮਸਲੇ, ਕਾਲਾ ਕਾਨੂੰਨ ਜਿਹੜਾ ਚੱਲ ਰਿਹਾ ਸੀਗਾ, ਉਸ ਦੇ ਖਿਲਾਫ ਉਹ ਕੰਮ ਆਲਰੇਡੀ ਕਰ ਰਹੇ ਸੀ ਆਪਣਾ। ਪਰ ਇਸ ਤੋਂ ਬਾਅਦ ਇੱਕ ਫਿਰ ਜ਼ਿੰਦਗੀ ਦਾ ਨਵਾਂ ਅਧਿਆਇ ਸ਼ੁਰੂ ਹੋ ਗਿਆ ਔਰ ਉਸ ਤੋਂ ਬਾਅਦ ਉਹਨਾਂ ਨੇ ਉਸ ਦੇ ਲਈ ਕਈ ਤਰ੍ਹਾਂ ਦੀਆਂ ਕੀਮਤਾਂ ਵੀ ਅਦਾ ਕਰਨੀਆਂ ਪਈਆਂ ਉਹਨਾਂ ਨੂੰ। ਜਿਵੇਂ ਕਿ ਮਿਸਾਲ ਤੌਰ 'ਤੇ ਪੁਲਿਸ ਨੇ ਫੜ ਕੇ ਹੱਥਕੜੀ ਲਾਈ, ਜ਼ਲੀਲ ਕੀਤਾ ਉਹਨਾਂ ਨੂੰ ਤਰੀਕੇ ਨਾਲ। ਹੁਣ ਸਾਬਕਾ ਜੱਜ ਰਿਹਾ ਹੋਵੇ, ਉਸ ਦੀ ਗ੍ਰਿਫਤਾਰੀ ਕਿੱਥੋਂ ਤੱਕ ਜਾਇਜ਼ ਸੀਗੀ। ਫਿਰ ਇੱਕ ਦੌਰ ਆਉਂਦਾ, ਬੈਂਸ ਸਾਹਿਬ ਇਲੈਕਸ਼ਨ ਵੀ ਲੜਦੇ ਆ, ਇਲੈਕਸ਼ਨ 'ਚ ਨਾਕਾਮੀ ਉਹਨਾਂ ਨੂੰ ਹਿੱਸੇ ਆਉਂਦੀ ਹੈ। ਉਹੀ ਜਿਹੜੀ ਯਥਾ ਸਥਿਤੀ ਬਣੀ ਹੋਈ ਹੈ ਪੋਲੀਟਿਕਸ ਦੀ, ਉਸ ਮੁਤਾਬਕ ਲੋਕਾਂ ਨੇ ਉੱਧਰ ਹੀ ਵੋਟਾਂ ਪਾਤੀਆਂ, ਉਹਨਾਂ ਨੂੰ ਮੌਕਾ ਨਹੀਂ ਦਿੱਤਾ ਗਿਆ। ਜਦੋਂ ਕਿ ਜੇ ਉਹਨਾਂ ਨੂੰ ਮੌਕਾ ਮਿਲਿਆ ਹੁੰਦਾ ਤਾਂ ਸ਼ਾਇਦ ਉਹ ਨੀਤੀ ਘਾੜੇ ਬਣ ਕੇ ਕੁਛ ਵੱਖਰਾ ਕਰਕੇ ਵਿਖਾਉਂਦੇ। ਉਹ ਮੌਕਾ ਲੋਕਾਂ ਨੇ ਨਹੀਂ ਦਿੱਤਾ ਉਹਨਾਂ ਨੂੰ।
ਸੋ ਕਈ ਤਰ੍ਹਾਂ ਦੀ ਉਹਨਾਂ ਦੇ ਪੜਾਅ ਸੀਗੇ, ਮਤਲਬ ਸਿਆਸਤ ਵਿੱਚ ਵੀ ਉਹਨਾਂ ਨੇ ਤਾਕਤ ਜਮਾਉਣ ਦੀ ਕੋਸ਼ਿਸ਼ ਕੀਤੀ, ਐਕਟਿਵਿਜ਼ਮ ਪੱਖੋਂ ਤਾਂ ਉਹਨਾਂ ਨੇ ਬਹੁਤ ਮਿਹਨਤ ਕੀਤੀ ਹੈ, ਜਿਸ ਦੇ ਕਰਕੇ ਉਹਨਾਂ ਨੂੰ ਕੈਦ ਵੀ ਹੋਣਾ ਪਿਆ। ਔਰ ਕੈਦ ਹੋਣ ਤੋਂ ਬਾਅਦ ਜਿਹੜੇ ਅਨੁਭਵ ਸੀ ਉਹਨਾਂ ਨੇ ਕਲਮਬੰਦ ਕੀਤੇ। ਜਦੋਂ ਕਿਤਾਬਚਾ ਲਿਖਣ ਦਾ ਮੌਕਾ ਮਿਲਿਆ ਉਹਨਾਂ ਨੂੰ ਕਿ ਦਹਿਸ਼ਤਗਰਦ ਕੌਣ ਹੈ, ਸਰਕਾਰ ਜਾਂ ਸਿੱਖ, ਇਸ ਤਰ੍ਹਾਂ ਦੇ ਤਿੱਖੇ ਸਵਾਲ ਉਹਨਾਂ ਨੇ ਚੁੱਕੇ। ਸੋ ਉਸ ਪੈਰ ਪੈਰ 'ਤੇ ਉਹਨਾਂ ਨੇ ਇਸ ਤਰ੍ਹਾਂ ਦੇ ਕੰਮ ਕਰਦੇ ਰਹੇ। ਸਭ ਤੋਂ ਵੱਡੀ ਗੱਲ ਕਿ ਦੇਖੋ, ਜਦੋਂ ਅਖੀਰਲੇ ਸਮੇਂ ਜਦੋਂ 100 ਸਾਲ ਦੇ ਹੋ ਚੱਲੇ ਸੀ, ਜਦੋਂ ਮੌਤ ਹੁੰਦੀ ਹੈ ਤਾਂ ਆਪਣੇ ਪਿੱਛੇ ਇੱਕ ਅਮੀਰ ਵਿਰਾਸਤ ਛੱਡ ਗਏ, ਨਾ ਸਿਰਫ ਆਪਣੇ ਕੰਮ ਦੀ, ਸਗੋਂ ਆਪਣੇ ਘਰ ਵਿੱਚ ਵੀ ਇੱਕ ਪਨੀਰੀ ਦੇ ਰੂਪ ਦੇ ਵਿੱਚ। ਬੇਟਾ ਉਹਨਾਂ ਦਾ ਵੈਸੇ ਹੀ ਕੰਮ ਕਰ ਰਿਹਾ ਹਿਊਮਨ ਰਾਈਟਸ ਦੀ, ਅਗਾਂਹ ਪੋਤਾ ਵੀ ਕਰਨ ਲੱਗ ਪਿਆ। ਉਸ ਬਹਿਸ ਦੇ ਵੇਖੋ ਜਿਹੜਾ ਪਿੱਛੇ ਜਦੋਂ ਜਾਟ ਠਾਕੁਰ ਕਰਨ ਦਾ ਅੰਦੋਲਨ ਚੱਲਿਆ ਹਰਿਆਣਾ 'ਚ, ਤੇ ਕੁਝ ਔਰਤਾਂ ਨਾਲ ਬੇਪਤੀਆਂ ਹੋਈਆਂ, ਉਹ ਮਾਮਲਾ ਉਤਸਵ ਨੇ ਚੱਕਿਆ ਸੀਗਾ। ਸੋ ਲਗਾਤਾਰ ਸਾਰੇ ਟੱਬਰ ਵਿੱਚ ਹੀ ਉਹ ਗੱਲ ਗਈ ਹੈ, ਉਹਨਾਂ ਨੇ ਵੀ ਇਸ ਝੰਡੇ ਨੂੰ ਬੁਲੰਦ ਰੱਖਿਆ। ਇਹ ਮਤਲਬ ਸੰਖੇਪ ਕਹਾਣੀ ਹੈ ਉਹਨਾਂ ਦੀ। ਜਦੋਂ ਉਹਨਾਂ ਦੇ ਸਫ਼ਰ ਨੂੰ, ਉਹਨਾਂ ਦੇ ਸ਼ਾਨਾਮਤੀ ਸਫ਼ਰ ਨੂੰ ਦੇਖਦੇ ਹਾਂ ਤੇ ਮਾਣ ਮਹਿਸੂਸ ਹੁੰਦਾ ਹੈ ਕਿ ਜਸਟਿਸ ਸਾਹਿਬ ਨੇ ਲਗਾਤਾਰ ਜਿਸ ਵੀ ਪੱਧਰ 'ਤੇ ਉਹ ਵਿਚਰੇ ਤਾਂ ਮਨੁੱਖੀ ਹੱਕਾਂ ਦਾ ਸੰਘਰਸ਼ ਨਹੀਂ ਛੱਡਿਆ। ਕਾਰਨ ਇਹ ਸੀ ਕਿ ਉਹਨਾਂ ਦੇ ਅੰਦਰ ਉਹ ਜਜ਼ਬਾ ਸੀ। ਬਾਬੂ ਗੁਰਬਖਸ਼ ਸਿੰਘ ਬੈਂਸ, ਉਹਨਾਂ ਦੇ ਪਿਤਾ ਜੀ, ਜਿਹੜੇ ਕਿ ਫਰੀਡਮ ਫਾਈਟਰ ਸਨ, ਜਿਹੜੇ ਬਾਰ-ਬਾਰ ਜੇਲ੍ਹ ਜਾਂਦੇ ਸਨ, ਜਿਸ ਦੇ ਕਾਰਨ ਭੈਣਾਂ ਭਰਾਵਾਂ ਦਾ ਪੜ੍ਹਾਈ ਦਾ ਦਾਰੋਮਦਾਰ ਵੀ ਇਹਨਾਂ 'ਤੇ ਸੀ। ਉਹਨਾਂ ਨੂੰ ਸੰਭਾਲਿਆ ਵੀ, ਉਹਨਾਂ ਨੂੰ ਉੱਚ ਵਿੱਦਿਆ ਲਈ ਵੀ ਅਗਾਂਹ ਲੈ ਕੇ ਗਏ। ਖੁਦ ਲਖਨਊ ਰਹੇ, ਕਿਉਂਕਿ ਇਹ ਵੀ ਇੱਕ ਸਮਾਂ ਆਇਆ ਜਦੋਂ ਕਿ ਪਿਤਾ ਨੂੰ ਗ੍ਰਿਫਤਾਰ ਕਰਨ ਵਾਸਤੇ ਜਿਹੜੇ ਪੁਲਿਸ ਆਈ ਸੀ, ਕੁਝ ਜਿਹੜਾ ਨੋਟ ਸੀ, ਦਸਤਾਵੇਜ਼ ਇਹਨਾਂ ਕੋਲ ਬਰਾਮਦ ਹੋਣ ਦੇ ਹਾਲਾਤ ਦੇ ਵਿੱਚ ਇਹ ਬਣ ਗਿਆ ਕਿ ਹੁਣ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ। ਤਾਂ ਇਹਨਾਂ ਦੇ ਚਾਚਾ ਜੀ ਇਹਨਾਂ ਨੂੰ ਲਖਨਊ ਲੈ ਗਏ, ਜਿੱਥੇ ਜਾ ਕੇ ਭੈਣ ਭਰਾ ਇਹ ਪੜ੍ਹੇ ਅਤੇ ਉੱਥੋਂ LLB ਕਰਕੇ ਅਗਾਂਹ ਪੜ੍ਹਾਈ ਕਰਕੇ ਫਿਰ ਪੰਜਾਬ ਪਰਤੇ। ਅਤੇ ਜਦੋਂ ਮਨੁੱਖੀ ਹੱਕਾਂ ਦੇ ਸੰਘਰਸ਼ ਦੀ ਗੱਲ ਲੰਮੀ ਦਾਸਤਾਨ ਦੇ ਰੂਪ 'ਚ ਅੱਗੇ ਆਉਂਦੀ ਹੈ, ਉਸ ਦਾ ਮੁੱਢ ਉੱਥੋਂ ਵੀ ਵੱਜਦਾ ਹੈ। ਖਾਲਸਾ ਕਾਲਜ, ਲਾਇਰਪੁਰ ਖਾਲਸਾ ਕਾਲਜ ਜਲੰਧਰ, ਇਕਨੋਮਿਕਸ ਦੇ ਪ੍ਰੋਫੈਸਰ ਹੋਣ, 50ਵਿਆਂ ਦੇ ਵਿੱਚ ਪੜ੍ਹਾ ਰਹੇ ਹੋਣ, ਉੱਥੇ ਵਿਦਿਆਰਥੀਆਂ ਨੇ ਪ੍ਰਬੰਧਕੀ ਕਮੇਟੀ ਦੇ ਖਿਲਾਫ ਹੜਤਾਲ ਕਰ ਦਿੱਤੀ। ਅਤੇ ਹੜਤਾਲ ਦੇ ਵਿੱਚ ਇਹ ਵਿਦਿਆਰਥੀਆਂ ਵੱਲ ਹੋ ਗਏ 3 ਪ੍ਰੋਫੈਸਰ, ਜਿਨ੍ਹਾਂ 'ਚੋਂ ਇੱਕ ਪ੍ਰੋਫੈਸਰ ਅਜੀਤ ਸਿੰਘ ਬੈਂਸ ਸਨ, ਜਿਹੜੇ ਬਤੌਰ ਲੈਕਚਰਰ ਉੱਥੇ ਸਨ, ਅਤੇ 2 ਹੋਰ ਸਨ। ਕਮੇਟੀ ਨੇ ਬਰਤਰਫ ਕਰ ਦਿੱਤਾ ਉਹਨਾਂ ਨੂੰ ਹਟਾ ਦਿੱਤਾ ਪ੍ਰੋਫੈਸਰਾਂ ਨੂੰ। ਅਤੇ ਜਦੋਂ ਉਹ ਜੱਜ ਬਣੇ, ਬਕਾਇਦਾ ਜੱਜ ਦੇ ਤੌਰ 'ਤੇ ਲਾਇਲਪੁਰ ਖਾਲਸਾ ਕਾਲਜ ਜਲੰਧਰ ਨੇ ਉਹਨਾਂ ਨੂੰ ਮੁੱਖ ਮਹਿਮਾਨ ਕਨਵੋਕੇਸ਼ਨ 'ਤੇ ਸੱਦਿਆ। ਅਤੇ ਜਸਟਿਸ ਬੈਂਸ ਹੋਰਾਂ ਦੀ ਉਹ ਤਕਰੀਰ ਬੜੀ ਭਾਵਪੂਰਨ ਸੀ। ਜਦੋਂ ਬੋਲੇ ਤਾਂ ਉੱਥੇ ਬੋਲਦਿਆਂ ਕਹਿਣ ਲੱਗੇ ਕਿ ਅੱਜ ਮੈਨੂੰ ਖੁਸ਼ੀ ਹੋ ਰਹੀ ਹੈ ਕਿ ਮੈਂ ਉਸ ਕਾਲਜ ਦੇ ਇਸ ਸਮਾਗਮ ਦੀ ਪ੍ਰਧਾਨਗੀ ਕਰ ਰਿਹਾ, ਜਿਸ ਦੇ ਵਿੱਚ 50ਵਿਆਂ ਦੇ ਵਿੱਚ ਮੈਨੂੰ ਇੱਥੋਂ ਬਰਤਰਫ ਕਰ ਦਿੱਤਾ ਗਿਆ ਸੀ, ਕੱਢ ਦਿੱਤਾ ਗਿਆ ਸੀ। ਅਤੇ ਨਾਲ ਹੀ ਜਜ਼ਬਾਤੀ ਹੋ ਕੇ ਕਹਿੰਦੇ ਕਿ ਇਹ ਚੰਗਾ ਹੋਇਆ ਤੁਸੀਂ ਮੈਨੂੰ ਕੱਢ ਦਿੱਤਾ, ਜੇ ਮੈਨੂੰ ਇਹ ਕਮੇਟੀ ਨਾ ਕੱਢਦੀ ਤਾਂ ਮੈਂ ਉਸ ਸਮੇਂ ਇਹ ਫੈਸਲਾ ਨਹੀਂ ਸੀ ਕਰਨਾ ਕਿ ਹੁਣ ਮੈਂ ਕਿਤੇ ਨੌਕਰੀ ਨਹੀਂ ਕਰਨੀ, ਹੁਣ ਮੈਂ ਆਜ਼ਾਦਾਨਾ ਤੌਰ 'ਤੇ ਲਾਅ ਦੀ ਪ੍ਰੈਕਟਿਸ ਕਰਨੀ ਹੈ। ਨਾ ਮੈਂ ਲਾਅ ਦੀ ਪ੍ਰੈਕਟਿਸ ਕਰਦਾ, ਨਾ ਬਾਰ ਕੌਂਸਲ ਦੇ ਅਗਾਂਹ ਪ੍ਰੈਜ਼ੀਡੈਂਟ ਬਣਦਾ, ਅਤੇ ਨਾ ਮੈਂ ਅੱਜ ਜੱਜ ਬਣਦਾ। ਮੈਂ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਮੈਨੂੰ ਕੱਢਿਆ ਅਤੇ ਮੈਂ ਇਹ ਜੱਜ ਬਣਿਆ ਅਤੇ ਅੱਜ ਮੈਂ ਇੱਥੇ ਮੁੱਖ ਮਹਿਮਾਨ ਹਾਂ। ਉਸ ਵੇਲੇ ਜਿੱਥੇ ਵਿਦਿਆਰਥੀ ਸਨ ਉੱਥੇ ਉਹਨਾਂ ਦੀਆਂ ਅੱਖਾਂ ਨਮ ਹੋ ਗਈਆਂ, ਪਰ ਜਿਹੜੇ ਪ੍ਰਬੰਧਕ ਸਨ ਉਹ ਬੀਤਿਆਂ ਦੀ ਕਾਰਵਾਈ 'ਤੇ ਸ਼ਰਮਿੰਦਾ ਵੀ ਹੋਏ। ਪਰ ਜਸਟਿਸ ਸਾਹਿਬ ਦੀ ਇਹ ਤਕਰੀਰ ਇੰਨੀ ਲਾਜਵਾਬ ਸੀ, ਜਿਸ ਨੇ ਇਹ ਬਿਆਨ ਕਰ ਦਿੱਤਾ ਕਿ ਇਸ ਕਾਲਜ ਦੇ ਵਿੱਚੋਂ ਉਹਨਾਂ ਨੂੰ ਬਰਤਰਫ ਕੀਤਾ ਗਿਆ ਸੀ ਅਤੇ ਉੱਥੇ ਹੀ ਉਹ ਡਿਗਰੀਆਂ ਵੰਡ ਰਹੇ ਸਨ। ਸੋ ਬੜਾ ਉਹਨਾਂ ਦਾ ਜਿਹੜਾ ਕਹਿਣ ਦਾ ਅੰਦਾਜ਼ ਬੜਾ ਕਮਾਲ ਦਾ ਸੀ। ਉਹ ਜਦੋਂ ਵੀ ਕਿਸੇ ਗੱਲ ਨੂੰ ਕਹਿੰਦੇ ਤਾਂ ਇਹ ਸੀ ਕਿ ਸੁਣਨ ਵਾਲੇ ਨੂੰ ਜਿਹੜਾ ਕਾਇਲ ਕਰ ਦਿੰਦੇ। ਬੜੀਆਂ ਮਿਸਾਲਾਂ ਇਸ ਤਰ੍ਹਾਂ ਦੀਆਂ ਨੇ ਜਿਹੜੀਆਂ ਕਿ ਉਹਨਾਂ ਦੇ ਆਲੇ ਦੁਆਲੇ ਤੋਂ ਮਿਲਦੀਆਂ ਨੇ। ਕਹਿਣ ਦਾ ਭਾਵ ਇੱਕ ਦਲੀਲ ਅਤੇ ਤੱਥ, ਇਹ ਸਾਰਾ ਕੁਛ ਉਹਨਾਂ ਦੀ ਕਥ ਸ਼ਕਤੀ ਦੇ ਵਿੱਚ ਬੜੀ ਬਾਰੀਕੀ ਸੀ ਅਤੇ ਮਜ਼ਬੂਤੀ ਸੀ। ਗੱਲ ਸੁਣਾ ਕਿ ਦੇਖੋ, ਜਿਵੇਂ ਤੁਸੀਂ ਆਹ ਸਬਬ ਦੱਸਿਆ, ਇੱਕ ਸਬਬ ਹੋਰ ਵੀ ਹੈ। ਪਿਛਲੇ ਸਾਲ ਜਦੋਂ ਉਹਨਾਂ ਦਾ ਜਨਮ ਦਿਨ ਮਨਾਇਆ ਗਿਆ ਜੀ 14 ਮਈ ਨੂੰ, ਤਾਂ ਚੰਡੀਗੜ੍ਹ ਪੁਲਿਸ ਵਾਲੇ ਆਏ ਕੇਕ ਲੈ ਕੇ। ਚੰਡੀਗੜ੍ਹ ਪੁਲਿਸ ਨੇ ਆ ਕੇ ਉਹਨਾਂ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਔਰ ਜਨਮ ਦਿਨ ਮਨਾਇਆ। ਇਹ ਬੜੀ ਦਿਲਚਸਪ ਖਬਰ ਸੀ, ਕਿਉਂਕਿ ਕਿਸੇ ਵੇਲੇ ਚੰਡੀਗੜ੍ਹ ਪੁਲਿਸ ਹੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਸੀਗਾ। ਜਦੋਂ ਸੈਣੀ SSP ਹੁੰਦਾ ਸੀਗਾ, ਉਸ ਦੌਰ ਵਿੱਚ ਇਹਨਾਂ ਨੂੰ ਜਦੋਂ ਗ੍ਰਿਫਤਾਰ ਕੀਤਾ ਗਿਆ, ਚੰਡੀਗੜ੍ਹ ਪੁਲਿਸ ਵੱਲੋਂ ਕੀਤਾ ਗਿਆ। ਔਰ ਕਿੰਨੇ ਸਾਲਾਂ ਬਾਅਦ, ਜਨਮ ਸ਼ਤਾਬਦੀ ਤੋਂ 1 ਸਾਲ ਪਹਿਲਾਂ, ਚੰਡੀਗੜ੍ਹ ਪੁਲਿਸ ਵਾਲੇ ਜਾ ਕੇ ਉਹਨਾਂ ਦਾ ਜਨਮ ਦਿਨ ਮਨਾਉਂਦੇ। ਸੋ ਇਹ ਵੀ ਆਪਣੇ ਆਪ 'ਚ ਇੱਕ ਬਹੁਤ ਇੱਕ ਦਿਲਚਸਪ ਮੋੜ ਸੀ ਆਹ ਵਾਲਾ ਪੂਰੀ ਕਹਾਣੀ ਦਾ। ਸੋ ਕੁਛ ਇਹੋ ਜਿਹੀ ਸ਼ਖਸੀਅਤ ਸੀ ਅਜੀਤ ਸਿੰਘ ਬੈਂਸ ਦੀ ਕਿ ਉਹਨਾਂ ਨੇ ਮੁਹੱਬਤ ਨਾਲ ਕਈ ਲੋਕਾਂ ਨੂੰ ਪ੍ਰਭਾਵਿਤ ਕੀਤਾ, ਖੀਲ ਲਿਆ ਲੋਕਾਂ ਨੂੰ, ਤਾਂ ਕਰਕੇ ਕਿਧਰੇ ਨਾ ਕਿਧਰੇ ਲੋਕਾਂ ਦੇ ਮਨ 'ਚ ਅਥਾਹ ਸਤਿਕਾਰ ਸੀ। ਹੁਣ ਦੇਖੋ, ਇਹ ਗੱਲ ਕਹਿੰਦੇ ਵੀ ਜ਼ਰੂਰਤ ਚਾਹੀਦੀ ਕਿ ਜਿਹੜੀ ਮੈਂ ਆਪ ਉਹਨਾਂ ਦੀ ਸਟੇਜ ਤੋਂ ਸੁਣੀ ਗੱਲ, ਜਦੋਂ ਇੱਕ ਵਾਰੀ ਹਿਊਮਨ ਰਾਈਟਸ ਦਾ ਸੰਮੇਲਨ ਉਹਨਾਂ ਨੇ ਕਰਵਾਇਆ, ਕਈ ਵਕੀਲ ਇਕੱਠੇ ਹੋਏ ਮਨੁੱਖੀ ਹੱਕਾਂ ਨੂੰ ਜਿਹੜੇ ਅਰਪਿਤ, ਉਹਨਾਂ ਨੇ ਚੰਡੀਗੜ੍ਹ ਦੇ ਇੱਕ ਹੋਟਲ 'ਚ ਵੱਡਾ ਸੰਮੇਲਨ ਕਰਾਇਆ ਸੀਗਾ।
ਔਰ ਮੇਰੇ ਖਿਆਲ ਰਾਮ ਜੇਠਮਲਾਨੀ ਵੀ ਉੱਥੇ ਆਏ ਸੀ ਬੋਲਣ ਲਈ। ਉੱਥੇ ਉਹਨਾਂ ਨੇ ਸਪਸ਼ਟ ਸ਼ਬਦਾਂ ਵਿੱਚ ਕਿਹਾ ਕਿ ਜਦੋਂ ਗੋਬਿੰਦ ਰਾਮ ਦਾ ਮਰਡਰ ਹੁੰਦਾ ਸਾਨੂੰ ਉਸਦੇ ਮਰਨ ਦਾ ਕੋਈ ਅਫਸੋਸ ਨਹੀਂਗਾ, ਕਿਉਂਕਿ ਉਸਨੇ ਜ਼ੁਲਮ ਕੀਤੇ ਸੀਗੇ। ਹਾਂ, ਜੇ ਕੋਈ ਆਮ ਲੋਕਾਂ ਦੇ ਕਤਲ ਹੁੰਦੇ ਅਸੀਂ ਉਹਦੇ ਖਿਲਾਫ, ਪਰ ਕਿਉਂਕਿ ਉਸਨੇ ਜ਼ੁਲਮ ਕੀਤੇ ਸੀ ਇਸ ਕਰਕੇ ਉਹਦੇ ਮਰਨ ਦਾ ਸਾਨੂੰ ਕੋਈ ਅਫਸੋਸ ਨਹੀਂਗਾ। ਇਹ ਗੱਲ ਆਪਣੇ ਆਪ 'ਚ ਬਹੁਤ ਕੁਝ ਦੱਸਦੀ ਹੈ ਕਿ ਥੋੜ੍ਹੀ ਜਿਹੀ ਜ਼ਰੂਰਤ ਚਾਹੀਦੀ, ਕਿਉਂਕਿ ਆਮ ਤੌਰ 'ਤੇ ਹਿਊਮਨ ਰਾਈਟਸ ਵਾਲਿਆਂ ਨੂੰ ਇਹ ਲੋਕੀ ਜਿਹੜੇ ਲਾਹਨਤਾਂ ਪਾਉਂਦੇ ਉਹ ਇਹ ਕਹਿੰਦੇ ਜੀ ਤੁਸੀਂ ਉਹਨਾਂ ਬਾਰੇ ਗੱਲ ਕਰੋ ਜਿਨ੍ਹਾਂ ਨੇ ਬੱਸਾਂ 'ਚੋਂ ਕੱਢ ਕੇ ਇਨੋਸੈਂਟ ਬੰਦੇ ਮਾਰੇ ਜਾਂ ਜਿਨ੍ਹਾਂ ਨੇ ਹਿੰਦੂਆਂ ਨੂੰ ਕਤਲ ਕੀਤਾ, ਉਹਦੇ ਬਾਰੇ ਗੱਲ ਕਰੋ। ਜਦੋਂ ਕਿ ਦੋਨੇ ਸਿਨੈਰੀਓ ਵੱਖਰੇ ਆ। ਜਿਹੜੇ ਲੋਕ ਸੰਵਿਧਾਨ ਦੇ ਦਾਇਰੇ ਤੋਂ ਬਾਹਰ ਨੇ, ਜਿਹੜੇ ਕੋਈ ਵੱਖਰੇ ਰਾਜ ਦੀ ਲੜਾਈ ਲੜ ਰਹੇ, ਹਥਿਆਰਬੰਦ ਲੜਾਈ ਲੜ ਰਹੇ, ਉਹ ਉਸ ਲੜਾਈ ਵਿੱਚ ਕੋਈ ਵੀ ਪੈਸਾ ਨਾ ਲੈ ਸਕਦੇ। ਉਹਨਾਂ ਦੇ ਕੁੰਡਾ ਨਹੀਂ, ਕਾਨੂੰਨ ਦਾ ਕੁੰਡਾ ਨਹੀਂ ਗਾ ਉਹਨਾਂ ਲੋਕਾਂ ਦੇ ਲਾਗੂ ਦਾ। ਜਿਹੜੀ ਪੁਲਿਸ ਦੀ ਗੱਲ ਅਸੀਂ ਕਰਦੇ ਹਾਂ, ਪੁਲਿਸ ਨੇ ਤਾਂ ਸਹੁੰ ਖਾਧੀ ਹੋਈ ਹੈ ਨਾ ਸੰਵਿਧਾਨ ਦੀ ਕਿ ਅਸੀਂ ਲੋਕਾਂ ਦੀ ਜਾਨ ਮਾਲ ਦੀ ਰਾਖੀ ਦੀ ਹਿਫਾਜ਼ਤ ਕਰਨੀ। ਪੁਲਿਸ ਨੂੰ ਕਿੰਨੇ ਲਾਇਸੈਂਸ ਦਿੱਤਾ ਕਿ ਤੁਸੀਂ ਲੋਕਾਂ ਦੇ ਸ਼ਿਕਾਰ ਖੇਡੋ? ਪੁਲਿਸ ਦੇ ਜ਼ੁਲਮਾਂ ਤੋਂ ਤੰਗ ਆ ਕੇ ਲੋਕ ਕਈ ਵਾਰੀ ਇਹਨਾਂ ਰਾਹਾਂ 'ਤੇ ਤੁਰ ਪੈਂਦੇ। ਸੋ ਇਹ ਗੱਲ ਕਹਿਣ ਲਈ ਵੀ ਜ਼ਰੂਰਤ ਚਾਹੀਦੀ ਹੈ। ਇਹ ਜ਼ਰੂਰਤ ਉਹਨਾਂ ਦੀ ਸੀਗੀ ਔਰ ਉਹਨਾਂ ਨੇ ਇਸ ਗੱਲ ਦੇ ਜ਼ਰੀਏ ਇਸ ਗੱਲ ਦੀ ਨਿਸ਼ਾਨਦੇਹੀ ਕੀਤੀ ਕਿ ਜਿਹੜੇ ਹਿਊਮਨ ਰਾਈਟਸ ਤੋਂ ਗੱਲ ਕਰਨੀ ਹੈ ਅਤੇ ਸਾਡੀ ਪਾਲਿਸੀ ਜਾਂ ਸਾਡੀ ਪਹੁੰਚ ਕੀ ਹੋਣੀ ਚਾਹੀਦੀ। ਕਈਆਂ ਨੂੰ ਇਸ ਪਹੁੰਚ ਨਾਲ ਪਰੇਸ਼ਾਨੀ ਹੈ, ਕਈ ਇਸ ਗੱਲ ਨੂੰ ਸਮਝਦੇ ਹੀ ਨਹੀਂ ਗੇ, ਸਮਝਣਾ ਚਾਹੁੰਦੇ ਵੀ ਨਹੀਂ ਗੇ। ਕਈ ਤਾਂ ਇਹੋ ਜਿਹੇ ਜਿਹੜੇ ਸਮਝਦੇ ਨਹੀਂ, ਜਿਹੜੇ ਇੱਕ ਉਹ ਵੀ ਨੇ ਜਿਹੜੇ ਸਮਝਣਾ ਚਾਹੁੰਦੇ ਹੀ ਨਹੀਂ ਗੇ। ਉਹਨਾਂ ਨੇ ਇੱਕ ਤਰੀਕਾ ਲੱਭਿਆ ਹੋਇਆ ਹਿਊਮਨ ਰਾਈਟਸ ਦੀ ਗੱਲ ਕਰਨ ਵਾਲੇ ਦਾ ਮੂੰਹ ਬੰਦ ਕਰਨ ਲਈ। ਉਹਨੂੰ ਕਹੋ ਕਿ ਦੂਜੇ ਪਾਸੇ ਜਦੋਂ ਵਾਇਲੇਸ਼ਨ ਹੁੰਦੀ ਤੇਰਾ ਕੀ ਸਟੈਂਡ ਹੁੰਦਾ, ਜਿਹਦਾ ਕੋਈ ਮਤਲਬ ਹੀ ਨਹੀਂ ਗਾ, ਗੱਲ ਦਾ ਕੋਈ ਸਿਰ ਮੱਥਾ ਹੀ ਹੈ ਨਹੀਂ ਗਾ। ਹੁਣ 84 ਦੇ ਕਤਲੇਆਮ ਸਭ ਨੂੰ ਪਤਾ ਸਟੇਟ ਨੇ ਕਰਵਾਏ। ਉੱਥੇ ਤੁਸੀਂ ਇਹੋ ਜਿਹਾ ਡਿਸਕੋਰਸ ਖੜਾ ਕਰੋ ਕਿ ਜੀ ਪੰਜਾਬ 'ਚ ਜੋ ਹਿੰਸਾ ਹੋਈ ਉਹਦੇ ਬਾਰੇ ਤੁਹਾਡਾ ਕੀ ਖਿਆਲ ਹੈ, ਉਹਦੀ ਕੋਈ ਸੈਂਸ ਨਹੀਂ ਬਣਦੀ ਗੱਲ ਦੀ। ਕੀ ਜਿਹੜੀ ਪੰਜਾਬ ਦੀ ਹਿੰਸਾ ਉਹ ਕੋਈ ਸਟੇਟ ਦੀ ਸਪੋਂਸਰਡ ਹਿੰਸਾ ਸੀਗੀ? ਕੀ ਮਿਲੀਟੈਂਟਾਂ ਦੇ ਮਗਰ ਸਟੇਟ ਖੜਾ ਸੀਗਾ ਜਾਂ ਮਿਲੀਟੈਂਟਾਂ ਦੇ ਮੁਕਾਬਲੇ ਬਣਾ ਰਿਹਾ ਸੀ ਸਟੇਟ? ਇਸ ਕਰਕੇ ਇਹ ਜਿਹੜੀਆਂ ਕੱਚੀਆਂ ਗੱਲਾਂ ਕਰ ਲਈਆਂ ਉਹਦਾ ਜਵਾਬ ਅਜੀਤ ਸਿੰਘ ਬੈਂਸ ਉਹਨਾਂ ਕੋਲ ਸਦਾ ਹੀ ਹੁੰਦਾ ਸੀਗਾ, ਕਿਉਂਕਿ ਉਸ ਬਰੀਕੀ ਨੂੰ ਸਮਝਦੇ ਸੀ। ਜੁਡੀਸ਼ਰੀ ਵਿੱਚ ਵੀ ਰਹਿ ਚੁੱਕੇ ਸੀਗੇ, ਵਕੀਲ ਵੀ ਰਹਿ ਚੁੱਕੇ ਸੀ, ਅਧਿਆਪਕ ਵੀ ਸੀਗੇ। ਸੋ ਸਾਰੇ ਗੁਣਾਂ ਦੇ ਮਾਲਕ ਸੀ ਔਰ ਕੁਛ ਉਹਨਾਂ ਨੂੰ ਆਪਣੀ ਵਿਰਾਸਤ 'ਚੋਂ ਮਿਲਿਆ ਸੀਗਾ। ਸੋ ਉਹ ਸਾਰੀ ਚੀਜ਼ ਦਾ ਮਿਲ ਗੋਬਾ ਸਨ ਅਜੀਤ ਸਿੰਘ ਬੈਂਸ। ਇਹ ਗੱਲ ਉਹਨਾਂ ਦੇ ਅਨੁਭਵ ਦੇ ਹਿੱਸਿਆਂ ਦੇ ਵਿੱਚੋਂ ਬੜੀ ਕਮਾਲ ਦੀ ਹੈ ਕਿ ਜਦੋਂ ਸਟੇਟ ਵਰਸਸ ਜਿਹੜਾ ਹੈ ਖਾੜਕੂ ਲਹਿਰ, ਉਹਨਾਂ ਦੋਨਾਂ ਦਾ ਮਤਾਲਿਆ ਮੁਲਾਂਕਣ ਉਹ ਕਰ ਰਹੇ ਸਨ ਅਤੇ ਉਹਨਾਂ ਨੇ ਕੁਝ ਨੁਕਤੇ ਜਿਹੜੇ ਆ ਬੜੇ ਪਿਆਰੇ ਸਾਂਝੇ ਕੀਤੇ, ਜਿਹੜੇ ਕਿ ਉਹਨਾਂ ਦੀ ਕਿਤਾਬ ਦੇ ਵਿੱਚ ਦਹਿਸ਼ਤਗਰਦ ਸਿੱਖ ਜਾਂ ਸਰਕਾਰਾਂ ਜਾਂ ਸਿੱਖਾਂ ਦੀ ਘੇਰਾਬੰਦੀ, ਇਸ ਦੇ ਵਿੱਚੋਂ ਵੀ ਇਹਨਾਂ ਕਿਤਾਬਾਂ ਦੇ ਵਿੱਚੋਂ ਮਿਲ ਜਾਂਦੇ ਨੇ। ਹੁਣ ਜਿਸ ਤਰੀਕੇ ਨਾਲ ਚੰਡੀਗੜ੍ਹ ਪੁਲਿਸ ਤੋਂ ਹੀ ਗੱਲ ਸ਼ੁਰੂ ਕਰਦੇ ਹਾਂ, ਜਿਵੇਂ ਉਹਨਾਂ ਨੂੰ 3 ਅਪ੍ਰੈਲ ਸੰਨ 1992 ਨੂੰ, ਜੋ ਕਿ ਹੋਲਾ ਮਹੱਲਾ ਅਨੰਦਪੁਰ ਸਾਹਿਬ ਮਨਾਇਆ ਜਾ ਰਿਹਾ ਸੀ, ਜਿੱਥੇ ਉਹਨਾਂ ਨੇ ਇੱਕ ਤਕਰੀਰ ਕੀਤੀ, ਉਹਨਾਂ ਦੇ ਉੱਪਰ ਦੇਸ਼ ਧਰੋਹ ਦੇ ਅਧੀਨ, ਟਾਡਾ ਦੇ ਅਧੀਨ ਕੇਸ ਦਰਜ ਕਰਕੇ, ਝੂਠਾ ਕੇਸ ਕਰਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਹੁਣ ਜਸਟਿਸ ਸਾਹਿਬ ਨੇ ਇੱਕ ਜ਼ਾਤੀ ਟਿੱਪਣੀ ਲਿਖੀ ਹੈ ਆਪਣੀ ਕਿਤਾਬ ਦੇ ਵਿੱਚ, ਅਤੇ ਉਹ ਕੀ ਲਿਖੀ ਹੈ ਉਹ ਬੜੀ ਕਮਾਲ ਦੀ ਹੈ। ਉਹ ਟਿੱਪਣੀ ਉਹਨਾਂ ਨੇ ਬੜੈਲ ਜੇਲ੍ਹ ਦੇ ਵਿੱਚੋਂ ਜਾਰੀ ਕੀਤੀ ਸੀ, ਆਪਣੀ ਲਿਖਤ। ਉਹਦੇ ਵਿੱਚ ਉਹ ਕਹਿੰਦੇ ਨੇ ਕਿ ਸਵਾਲ ਇਹ ਨਹੀਂ ਕਿ ਮੈਨੂੰ ਗ੍ਰਿਫਤਾਰ ਕੀਤਾ ਗਿਆ, ਬਲਕਿ ਸੱਚ ਇਹ ਹੈ ਕਿ ਮੈਨੂੰ ਅਗਵਾ ਕੀਤਾ ਗਿਆ। ਗ੍ਰਿਫਤਾਰ ਨਹੀਂ ਕੀਤਾ ਗਿਆ, ਅਗਵਾ ਕੀਤਾ ਗਿਆ, ਅਤੇ ਅਗਵਾ ਉਸ ਆਧਾਰ 'ਤੇ ਜਿਹੜਾ ਕੋਈ ਬਣਦਾ ਹੀ ਨਹੀਂ। ਅਤੇ ਹੁਣ ਇੱਥੇ ਅਗਵਾ ਕਰਨ ਵਾਲੇ ਕੋਈ ਵੱਖਵਾਦੀ ਜਾਂ ਕੋਈ ਇਹੋ ਜਿਹੇ ਨਹੀਂ ਸਨ ਜਿਹੜੇ ਗੈਰ ਜ਼ਿੰਮੇਵਾਰ ਸਨ। ਅਗਵਾ ਕਰਨ ਵਾਲੇ ਵਰਦੀਧਾਰੀ ਭਾਰਤ ਸਰਕਾਰ ਦੇ ਪੁਲਿਸੀਏ ਸਨ। ਫਿਰ ਉਹਨੇ ਕਿਹਾ ਕਿ ਮੇਰੇ ਘਰ ਦੇ ਉੱਪਰ ਬਿਨਾਂ ਕਿਸੇ ਕਾਰਨ ਜਿਹੜਾ ਹੈ ਛਾਪਾ ਮਾਰ ਕੇ ਚੋਰੀ ਵੀ ਕੀਤੀ ਗਈ, ਉੱਥੇ ਡਕੈਤ ਜਿਹੜੀ ਹੈ ਇਹ ਵਾਪਰੀ, ਅਤੇ ਇਹ ਡਕੈਤ ਕਰਨ ਵਾਲੇ ਕੋਈ ਬਾਹਰਲੇ ਨਹੀਂ ਸਨ, ਉਹ ਵਰਦੀਧਾਰੀ ਸਰਕਾਰ ਦੇ ਬੰਦੇ ਸਨ। ਅਫਸੋਸ ਇਸ ਗੱਲ ਦਾ। ਫਿਰ ਅੱਗੇ ਜਾ ਕੇ ਉਹ ਕਹਿੰਦੇ ਨੇ ਕਿ ਮੈਨੂੰ ਡਰਾਇਆ ਧਮਕਾਇਆ ਗਿਆ, ਮੈਨੂੰ ਧਮਕੀਆਂ ਦਿੱਤੀਆਂ ਗਈਆਂ, ਪਰ ਇਹ ਜਿਹੜਾ ਡਰਾਉਣ ਧਮਕਾਉਣ ਦਾ ਕੰਮ ਕਰਨ ਵਾਲੀ ਸਰਕਾਰ ਸੀ, ਕੋਈ ਗੈਰ ਜ਼ਿੰਮੇਵਾਰ ਨਹੀਂ ਸਨ। ਇਹ ਸਾਰਾ ਕਰਦੇ ਅਖੀਰ 'ਚ ਕਹਿੰਦੇ ਨੇ ਕਿ ਇਸ ਆਧਾਰ 'ਤੇ ਮੈਂ ਕਹਿੰਦਾ ਕਿ ਸਰਕਾਰ ਦਹਿਸ਼ਤਗਰਦ ਹੈ ਅਤੇ ਰਾਜ ਦੀਆਂ ਜੜ੍ਹਾਂ ਜਿਹੜੀਆਂ ਦਹਿਸ਼ਤਗਰਦੀ ਦੇ ਵਿੱਚ ਸਮੋਈਆਂ ਹੋਈਆਂ ਹਨ। ਇਹ ਉਹਨਾਂ ਦੀ ਕਿਤਾਬ ਦੇ ਆਖਰੀ 2 ਪੰਨਿਆਂ ਦੇ ਵਿੱਚ ਜ਼ਾਤੀ ਟਿੱਪਣੀ ਹੈ, ਜਿਹੜੀ ਬੜੀ ਕਮਾਲ ਦੀ ਹੈ। ਹੁਣ ਜਦੋਂ ਇਸ ਗੱਲ ਨੂੰ ਬਿਆਨ ਕਰਦੇ ਨੇ ਕਿ ਇੱਕ ਪਾਸੇ ਰਿਬੇਰੋ ਵਰਗਾ ਇਹ ਲਿਖਦਾ ਹੈ ਕਿ ਗੋਲੀ ਬਦਲੇ ਗੋਲੀ, ਤਾਂ ਜਸਟਿਸ ਸਾਹਿਬ ਇਸ ਗੱਲ ਦਾ ਜਵਾਬ ਦਿੰਦੇ ਨੇ ਕਿ ਤੇਰਾ ਫਿਰ ਆਪਣਾ ਹਕੂਮਤ ਦੇ ਬਾਕਾਇਦਾ ਤੌਰ 'ਤੇ ਜ਼ਿੰਮੇਵਾਰ ਅਧਿਕਾਰੀ ਵਜੋਂ ਫਰਜ਼ ਕੀ ਹੋਇਆ? ਗੋਲੀ ਬਦਲੇ ਗੋਲੀ ਦਾ ਤੁਸੀਂ ਨਾਅਰਾ ਦੇ ਰਹੇ ਹੋ, ਤਾਂ ਇਹਦਾ ਮਤਲਬ ਇਹ ਹੈ ਕਿ ਤੁਹਾਡੀ ਬੜੀ ਵੱਡੀ ਸਾਜ਼ਿਸ਼ ਹੈ। ਇਸ ਨੂੰ ਦੁਨੀਆ ਦੇ ਸਾਹਮਣੇ ਉਹਨਾਂ ਨੇ ਰੱਖਿਆ। ਕਿਹੜੀ ਦੁਨੀਆ ਦੀ ਐਸੀ ਸੰਸਥਾ ਨਹੀਂ ਜਿੱਥੇ ਉਹ ਨਾ ਬੋਲੇ ਹੋਣ, ਜਿਨ੍ਹਾਂ ਦੇ ਵਿੱਚ ਚਾਹੇ ਹਾਰਵਰਡ ਯੂਨੀਵਰਸਿਟੀ ਹੈ, ਟੋਰਾਂਟੋ ਯੂਨੀਵਰਸਿਟੀ ਹੈ, ਚਾਹੇ
ਇੰਗਲੈਂਡ ਦੇ ਵਿੱਚ ਕੋਈ ਇਹੋ ਜਿਹਾ ਥਾਂ ਹੈ, ਕੈਲੀਫੋਰਨੀਆ ਤੋਂ ਲੈ ਕੇ ਨਿਊਯਾਰਕ ਤੋਂ ਲੈ ਕੇ ਮਿਸ਼ੀਗਨ ਤੋਂ ਲੈ ਕੇ ਗੋਲਫ ਤੋਂ ਲੈ ਕੇ, ਸੋ ਸਾਰੇ ਥਾਵਾਂ 'ਤੇ ਗਏ, ਦਰਜਨਾਂ ਹੀ ਯੂਨੀਵਰਸਿਟੀਆਂ 'ਚ ਬੋਲੇ। ਜਨੇਵਾ ਦੇ ਵਿੱਚ ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰਾਂ ਦੇ ਇੱਕ ਖਾਸ ਸੰਮੇਲਨ ਦੇ ਵਿੱਚ ਉਹ ਬੋਲੇ, ਉੱਥੇ ਪ੍ਰੈਸ ਗੈਲਰੀ ਦੇ ਵਿੱਚ ਉਹਨਾਂ ਨੇ ਸੰਬੋਧਨ ਕੀਤਾ। ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਉਹਨਾਂ ਨੇ ਗੱਲਬਾਤ ਕੀਤੀ, ਬਾਕਾਇਦਾ ਤੌਰ 'ਤੇ ਮੈਂਬਰ ਆਫ ਪਾਰਲੀਮੈਂਟ ਉਹਨਾਂ ਨਾਲ ਬੈਠ ਕੇ ਗੱਲ ਕੀਤੀ ਅਤੇ ਇਹ ਕਿਹਾ ਕਿ ਦਹਿਸ਼ਤਗਰਦ ਇਸ ਆਧਾਰ 'ਤੇ ਸਿੱਖ ਨਹੀਂ ਜਾਂ ਕੋਈ ਜਿਹੜੀ ਹੈ ਕੌਮ ਨਹੀਂ ਹੈ, ਦਹਿਸ਼ਤਗਰਦ ਅਸਲ ਦੇ ਵਿੱਚ ਸਰਕਾਰ ਹੈ। ਜਦੋਂ ਕੈਨੇਡਾ ਦੀ ਉਹਨਾਂ ਦੀ ਫੇਰੀ ਹੁੰਦੀ ਹੈ, ਜਿਸ ਦੇ ਵਿੱਚ ਆਪ ਜੀ ਅਤੇ ਆਪ ਦੇ ਨਾਲ ਸ਼ਹੀਦ ਜਸਵੰਤ ਸਿੰਘ ਖਾਲੜਾ ਦੋਨੇ ਕੈਨੇਡਾ ਦੇ ਵਿੱਚ ਆਉਂਦੇ ਨੇ 1995 ਦੇ ਵਿੱਚ, ਉਹ ਵੀ ਇੱਕ ਬੜਾ ਯਾਦਗਾਰੀ ਅਧਿਆਇ ਹੈ। ਅਸੀਂ ਚਾਹਾਂਗੇ ਥੋੜਾ ਉਸ ਦੇ ਬਾਰੇ ਜ਼ਰੂਰ ਗੱਲਬਾਤ ਕੀਤੀ ਜਾਏ। ਦੇਖੋ ਉਸ ਦੀ ਯਾਦਗਾਰੀ ਬਣਨ ਦਾ ਇੱਕ ਵੱਡਾ ਕਾਰਨ ਇਹ ਵੀ ਹੈ ਕਿ ਉਸੇ ਸਾਲ ਜਦੋਂ ਖਾਲੜਾ ਸਾਹਿਬ ਮੁੜ ਕੇ ਜਾਂਦੇ ਆ ਸਤੰਬਰ ਮਹੀਨੇ, ਪੁਲਿਸ ਚੱਕ ਕੇ ਉਹਨਾਂ ਨੂੰ ਖਪਾ ਦਿੰਦੀ ਹੈ। ਸੋ ਇਹ ਗੱਲ ਨੋਟ ਕਰਨ ਵਾਲੀ ਕਿ ਦੇਖੋ ਜਦੋਂ ਇੱਥੇ ਆਏ ਖਾਲੜਾ ਸਾਹਿਬ ਤਾਂ ਕਈਆਂ ਨੇ ਆਫਰ ਕੀਤਾ ਕਿ ਤੁਸੀਂ ਇੱਥੇ ਰਹਿ ਪਾਓ, ਅਸੀਂ ਤੁਹਾਨੂੰ ਰਾਸ਼ਟਰੀ ਸ਼ਰਨ ਦਵਾ ਦਿੰਦੇ ਹਾਂ। ਉਹਨੇ ਕਿਹਾ ਮੈਂ ਆਪਣਾ ਕੰਮ ਛੱਡ ਕੇ ਨਹੀਂ ਆ ਸਕਦਾ। ਜਾ ਕੇ ਉਹਨਾਂ ਨੇ ਉਸ ਕੰਮ ਨੂੰ ਜਾਰੀ ਰੱਖਿਆ, ਮੇਰਾ ਮਤਲਬ ਲਵਾਰਿਸ ਲਾਸ਼ਾਂ ਦੇ ਪੜਤਾਲ ਦੇ ਮਾਮਲੇ ਨੂੰ। ਜਸਟਿਸ ਅਜੀਤ ਸਿੰਘ ਬੈਂਸ ਬਕਾਇਦਾ ਇਹੋ ਜਿਹੇ ਕੰਮਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਪਹਿਲਾਂ ਹੀ ਕੰਮ ਕਰ ਰਹੇ ਸੀਗੇ, ਇਸ ਪਾਸੇ ਉਹ ਅਰਪਿਤ ਸੀ। ਦੋਨਾਂ ਦੀ ਜਿਹੜੀ ਇੱਥੇ ਆਮਦ ਹੋਈ, ਆਮਦ ਇਸ ਕਰਕੇ ਵੀ ਮਹੱਤਵਪੂਰਨ ਸੀ ਕਿ ਇੱਥੋਂ ਦੇ ਲੋਕਾਂ ਨੂੰ ਪਤਾ ਹੋਵੇ ਕਿ ਪੰਜਾਬ 'ਚ ਕੀ ਵਾਪਰ ਰਿਹਾ, ਹਿੰਦੁਸਤਾਨ 'ਚ ਕੀ ਚੱਲ ਰਿਹਾ, ਜਿਹੜੀ ਬਹੁਤ ਵੱਡੀ ਜਮਹੂਰੀਅਤ ਕਹਿ ਕੇ ਜਿਸਨੂੰ ਪ੍ਰਚਾਰਿਆ ਜਾਂਦਾ ਉੱਥੇ ਹੋ ਕੀ ਰਿਹਾ। ਉਸ ਨੁਕਤੇ ਤੋਂ ਉਹਨਾਂ ਦੀ ਆਮਦ ਬੜੀ ਇੰਪੋਰਟੈਂਟ ਸੀ। ਪਰ ਜਦੋਂ ਵਾਪਸ ਉਹ ਜਾਂਦੇ ਨੇ, ਖਾਲੜਾ ਸਾਹਿਬ ਦਾ ਕਤਲ ਉਸੇ ਸਾਲ ਹੁੰਦਾ, ਉਹਦੇ ਕਰਕੇ ਉਹਨਾਂ ਦੀ ਇਹ ਫੇਰੀ ਵੈਸੇ ਹੀ ਇਤਿਹਾਸਿਕ ਤੌਰ 'ਤੇ ਬਹੁਤ ਮਹੱਤਵਪੂਰਨ ਹੋ ਨਿਬੜੀ ਕਿ ਜਿਹੜਾ ਇੱਕ ਵਿਅਕਤੀ ਆਉਂਦਾ ਇੱਥੇ, ਉਸ ਨੂੰ ਰਾਸ਼ਟਰੀ ਸ਼ਰਨ ਲਈ ਪੇਸ਼ਕਸ਼ ਵੀ ਹੁੰਦੀ, ਉਸ ਨੂੰ ਠੁਕਰਾ ਕੇ ਮਤਲਬ ਮੌਤ ਦੇ ਮੂੰਹ 'ਚ ਗਿਆ ਖੁੱਲ੍ਹੀਆਂ ਅੱਖਾਂ ਦੇ ਨਾਲ। ਇਹ ਕੋਈ ਛੋਟੀ ਮੋਟੀ ਗੱਲ ਨਹੀਂ ਸੀ ਆਪਦੀ। ਅਜੀਤ ਸਿੰਘ ਬੈਂਸ ਦਾ ਕਿਉਂਕਿ ਬੇਸ ਚੰਡੀਗੜ੍ਹ ਸੀਗਾ, ਉਹ ਥੋੜ੍ਹਾ ਜਿਹਾ ਸੁਰੱਖਿਅਤ ਵਾਤਾਵਰਨ ਸੀ। ਉਹ ਵਾਲਾ ਏਰੀਆ ਜਿੱਥੇ ਉਹਨਾਂ ਦਾ ਘਰ ਹੈ ਵੀ ਥੋੜ੍ਹਾ VIP ਏਰੀਆ ਦੇ ਕੋਲ, ਅਤੇ ਪਹਿਲਾਂ ਹੀ ਉਹ ਮਤਲਬ ਇੰਨਾ ਬਦਨਾਮੀ ਪੁਲਿਸ ਦੀ ਹੋ ਚੁੱਕੀ ਕਿ ਉਹਨਾਂ ਨੂੰ ਜਦੋਂ ਚੱਕਿਆ ਗਿਆ। ਸੋ ਜਸਵੰਤ ਸਿੰਘ ਖਾਲੜਾ ਉਹਨਾਂ ਲਈ ਇੱਕ ਸੌਫਟ ਟਾਰਗੇਟ ਹੋ ਨਿਬੜਿਆ, ਉਹਨੂੰ ਅਗਵਾ ਕਰਕੇ ਖਪਾ ਦਿੱਤਾ ਗਿਆ। ਨਹੀਂ ਤਾਂ ਦੇਖਿਆ ਜਾਵੇ ਤਾਂ ਜਿਹੜੇ ਬਾਕੀ ਦੇ ਵੀ ਵਕੀਲ ਸੀਗੇ ਜਾਂ ਐਕਟਿਵਿਸਟ ਸੀ, ਸਾਰੇ ਉਹਨਾਂ ਦੇ ਨਿਸ਼ਾਨੇ ਸੀਗੇ। ਜਸਵੰਤ ਸਿੰਘ ਖਾਲੜਾ ਵਾਸ ਨਾਟ ਦ ਓਨਲੀ ਵਨ ਜਿਹਨੂੰ ਚੁੱਕ ਕੇ ਖਪਾਇਆ ਗਿਆ। ਉਸ ਤੋਂ ਪਹਿਲਾਂ ਅਸੀਂ ਵੇਖਦੇ ਹਾਂ ਕੁਲਵੰਤ ਸਿੰਘ ਵਕੀਲ, ਉਸ ਦੀ ਪਤਨੀ ਦੇ ਬੱਚੇ ਨੂੰ ਕਿਵੇਂ ਖਪਾਇਆ ਗਿਆ, ਭੱਟੀ ਸਾਹਿਬ ਨੂੰ ਕਿਵੇਂ ਸੰਗਰੂਰ 'ਚ ਖਪਾਇਆ ਗਿਆ, ਮਤਲਬ ਕਈ ਮਿਸਾਲਾਂ ਨੇ। ਫਿਰ ਇੱਕ ਵਕੀਲਾਂ ਦੀ ਮੈਂ ਆਪ ਲਿਸਟ ਵੇਖੀ ਗੁਰਿੰਦਰ ਸਿੰਘ ਜੀ ਉਸ ਦੌਰ ਦੇ ਵਿੱਚ, ਜਿਹੜੀ ਵਕੀਲਾਂ ਨੇ ਰਿਲੀਜ਼ ਕੀਤੀ ਸੀ। ਇੱਕ ਲਿਸਟ ਜਾਰੀ ਕਰਕੇ ਇੱਕ ਖੁੱਲ੍ਹਾ ਪੱਤਰ ਸੀ ਜਿਸ 'ਤੇ ਲਿਖਿਆ ਗਿਆ ਸੀ ਕਿ ਆਹ ਸਾਰੇ ਵਕੀਲਾਂ ਸੀ ਔਰ ਅਸੀਂ ਪੰਜਾਬ ਪੁਲਿਸ ਦੀ ਹਿੱਟ ਲਿਸਟ 'ਤੇ ਹਾਂ, ਜਿਸ 'ਚ ਕਈ ਵਕੀਲਾਂ ਦੇ ਨਾਂ ਸੀਗੇ ਕਿ ਸਾਡੇ ਨਾਲ ਕੁਝ ਵੀ ਹੋ ਸਕਦਾ। ਉਹ ਲਿਸਟ ਘੁਮਾਈ ਗਈ ਬਕਾਇਦਾ। ਸੋ ਉਹ ਬੜਾ ਭਿਆਨਕ ਦੌਰ ਸੀਗਾ ਉਹ ਵਾਲਾ, ਜਿਹੜਾ ਇੱਥੇ ਆ ਕੇ ਬੋਲ ਕੇ ਜਾਣਾ ਖਾਲੜਾ ਜੀ ਦਾ ਬੜਾ ਨਹੀਂ ਸੀ, ਸਿੱਧਾ ਮੌਤ ਨੂੰ ਸੱਦਾ, ਅਤੇ ਉਸ ਦੇ ਚਲਦਿਆਂ ਖਾਲੜਾ ਸਾਹਿਬ ਦੀ ਮੌਤ ਹੋ ਜਾਂਦੀ ਹੈ। ਅਜੀਤ ਸਿੰਘ ਬੈਂਸ ਹੀ ਬਚੇ ਰਹਿ ਗਏ, ਪਰ ਬਾਅਦ 'ਚ ਵੀ ਉਹਨਾਂ ਨੇ ਆਪਣਾ ਕੰਮ ਜਾਰੀ ਰੱਖਿਆ, ਮਤਲਬ ਕਾਫੀ ਉਮਰ ਤੱਕ ਸੋਝੀ ਉਹਨਾਂ ਦੀ ਕਾਇਮ ਸੀਗੀ, ਭਾਵੇਂ ਇੱਕ ਸਟੇਜ 'ਤੇ ਆ ਕੇ ਥੋੜ੍ਹਾ ਸੁਣਦਾ ਘੱਟ ਸੀ ਉਹਨਾਂ ਨੂੰ। ਫਿਰ ਆਪਣੇ ਬੇਟੇ ਦੇ ਥਰੂ ਵੀ ਕੰਮ ਜਾਰੀ ਰੱਖਿਆ। ਈਵਨ ਏਅਰ ਇੰਡੀਆ ਦਾ ਕੰਮ ਜਿਹੜਾ ਕਿ ਏਅਰ ਇੰਡੀਆ ਕਾਂਡ ਦੇ ਵਿੱਚ ਭਾਰਤੀ ਏਜੰਸੀਆਂ ਦਾ ਹੱਥ ਕਿਸ ਹੱਦ ਤੱਕ ਹੋ ਸਕਦਾ, ਇਸ ਦੀ ਨਿਸ਼ਾਨਦੇਹੀ ਕਰਨ ਵਾਸਤੇ ਰਿਪੋਰਟ ਕੱਢੀ ਗਈ। ਸੋ ਇੱਕ ਇਸ ਤਰੀਕੇ ਨਾਲ ਮੈਂ ਸਮਝਦਾ ਕਿ ਉਹ ਇਹ ਜਿਹੜੀ ਉਹਨਾਂ ਦੀ ਫੇਰੀ ਕੈਨੇਡਾ ਦੀ ਬੜੀ ਮਹੱਤਵਪੂਰਨ ਸੀ। ਨਾ ਸਿਰਫ ਇੱਥੇ ਆ ਕੇ ਉਹਨਾਂ ਨੇ ਪੰਜਾਬ ਬਾਰੇ ਲੋਕਾਂ ਨੂੰ ਅਸਲੀ ਤੋਂ ਜਾਣੂ ਕਰਵਾਇਆ, ਸਗੋਂ ਇੱਥੋਂ ਵੀ ਕੁਛ ਨਾ ਕੁਛ ਉਹ ਲੈ ਕੇ ਗਏ, ਜਿਸ ਦੇ ਚਲਦਿਆਂ ਏਅਰ ਇੰਡੀਆ ਵਰਗੀ ਰਿਪੋਰਟ ਬਾਅਦ 'ਚ ਕੱਢਣ 'ਚ ਉਹਨਾਂ ਨੂੰ ਮਦਦ ਮਿਲੀ ਹੈ। ਸੱਚਮੁੱਚ ਸ਼ਹੀਦ ਜਸਵੰਤ ਸਿੰਘ ਖਾਲੜਾ ਅਤੇ ਜਸਟਿਸ ਅਜੀਤ ਸਿੰਘ ਬੈਂਸ ਦੋਵਾਂ ਦਾ ਕੈਨੇਡਾ ਦੇ ਨਾਲ ਡੂੰਘਾ ਰਿਸ਼ਤਾ ਹੈ। ਅਤੇ ਸ਼ਹੀਦ ਜਸਵੰਤ ਸਿੰਘ ਖਾਲੜਾ ਜਿਸ ਤਰ੍ਹਾਂ ਅੰਤਰਰਾਸ਼ਟਰੀ ਮੰਚ 'ਤੇ ਉੱਭਰੇ, ਉਸ ਦਾ ਇੱਕ ਵੱਡਾ ਕਾਰਨ ਇਹ ਸੀ ਕਿ ਉਹ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਉਹਨਾਂ ਦਿਨਾਂ 'ਚ ਬੋਲ ਕੇ ਸੰਬੋਧਨ ਕਰਕੇ ਇਹ ਦੱਸ ਕੇ ਗਏ ਸਨ ਕਿ ਕੁਝ ਵੀ ਹੋ ਸਕਦਾ ਹੈ, ਅਤੇ ਸ਼ਹੀਦੀ ਬਾਰੇ ਉਹਨਾਂ ਨੇ ਬਿਆਨ ਵੀ ਕੀਤਾ ਸੀ ਕਿ ਮੈਂ ਹੁਣ ਜੋ ਮੰਗਦਾ ਸ਼ਹਾਦਤ ਮੰਗਦਾ। ਇਹ ਗੱਲ ਸੰਸਾਰ ਪੱਧਰ 'ਤੇ ਉਜਾਗਰ ਹੋਈ, ਜਿਸ ਕਾਰਨ ਖਾਲੜਾ ਸਾਹਿਬ ਨੂੰ ਦੁਨੀਆ ਦੇ ਕੋਨੇ-ਕੋਨੇ 'ਚ ਜਾਣਿਆ ਜਾਂਦਾ, ਜੋ ਉਹਨਾਂ ਦੀ ਦੇਣ ਹੈ 25,000 ਲਵਾਰਸ ਲਾਸ਼ਾਂ ਤੋਂ ਲੈ ਕੇ ਮਸਲਿਆਂ ਦੇ ਵਿੱਚ। ਜਸਟਿਸ ਅਜੀਤ ਸਿੰਘ ਬੈਂਸ ਦਾ ਰਿਸ਼ਤਾ ਕੈਨੇਡਾ ਦੇ ਨਾਲ, ਖਾਲੜਾ ਸਾਹਿਬ ਦੇ ਨਾਲ ਇਕੱਠਿਆਂ ਫੇਰੀ ਦੇ ਤੌਰ 'ਤੇ ਤਾਂ ਹੈ ਹੀ ਹੈ, ਪਰ ਉਸ ਤੋਂ ਪਹਿਲਾਂ ਉਹਨਾਂ ਦੇ ਪਰਿਵਾਰਾਂ ਦੇ ਅਨੇਕ ਮੈਂਬਰ ਕੈਨੇਡਾ ਦੇ ਵਿੱਚ ਸਨ। ਉਹਨਾਂ ਦੀ ਆਪਣੀ ਭੈਣ ਬੀਬੀ ਰਣਜੀਤ ਕੌਰ ਹੁੰਦਲ, ਇਕਬਾਲ ਹੁੰਦਲ ਜੀ, ਜਿਹੜੇ ਕਿ ਨਾਮਵਰ ਸ਼ਖਸੀਅਤ ਸਨ, ਜਿਹੜੇ ਕਿ 60ਵਿਆਂ ਦੇ ਵਿੱਚ ਕੈਨੇਡਾ ਦੇ ਵਿੱਚ ਮੰਨੇ ਪਰਮੰਨੇ ਜੁਝਾਰੂ ਸਨ। ਭਾਰਤ ਦੀ ਵੰਡ ਤੋਂ ਪਹਿਲਾਂ ਦੋਹਾਂ ਪੰਜਾਬਾਂ ਦੇ ਸਾਂਝੇ ਸੰਸਥਾ ਦੇ ਜਨਰਲ ਸਕੱਤਰ ਸਨ। ਅਤੇ ਇਕਬਾਲ ਹੁੰਦਲ, ਜਿਨ੍ਹਾਂ ਦੇ ਬਾਰੇ ਕਿਹਾ ਜਾਂਦਾ ਹੈ ਕਿ 60ਵਿਆਂ ਦੇ ਵਿੱਚ ਜਦੋਂ ਨਸਲਵਾਦ ਦੇ ਖਿਲਾਫ ਲੜਾਈ ਜ਼ੋਰਾਂ 'ਤੇ ਸੀ, ਉਸ ਵੇਲੇ ਇੱਕ ਨਸਲਵਾਦੀ ਵੱਲੋਂ ਕੀਤੇ ਹਮਲੇ ਦੇ ਕਾਰਨ, ਉਹਨਾਂ ਦੀ ਛਾਤੀ 'ਤੇ ਕੀਤੇ ਹਮਲੇ ਦੇ ਕਾਰਨ ਆਖਰਕਾਰ ਉਹਨਾਂ ਦੀ
ਮੌਤ ਹੋਈ ਸੀ। ਇਹ ਵੀ ਇੱਕ ਭਿਅੰਕਰ ਦੌਰ ਸੀ। ਉਹਨਾਂ ਦੀ ਸਪਤਨੀ ਬੀਬੀ ਰਣਜੀਤ ਕੌਰ ਹੁੰਦਲ, ਜਿਨ੍ਹਾਂ ਦੇ ਕੋਲ ਬੈਠ ਕੇ ਜਿਨ੍ਹਾਂ ਨੇ ਪੂਰੀ ਮਦਦ ਕੀਤੀ, ਜਿਹੜੀ ਸਿੱਖਾਂ ਦੀ ਘੇਰਾਬੰਦੀ ਕਿਤਾਬ ਹੈ ਜਸਟਿਸ ਅਜੀਤ ਸਿੰਘ ਬੈਂਸ ਹੋਰਾਂ ਨੇ ਉਹਨਾਂ ਦੇ ਸਹਿਯੋਗ ਦੇ ਨਾਲ ਕੈਨੇਡਾ ਬੈਠ ਕੇ ਉਹਨੂੰ ਬਹੁਤ ਵੱਡੇ ਪੱਧਰ 'ਤੇ ਅੰਜਾਮ ਦਿੱਤਾ। ਇਹ ਵੀ ਕੈਨੇਡਾ ਨਾਲ ਜੁੜਦਾ ਹੈ। ਕੈਨੇਡਾ ਦੇ ਵਿੱਚ ਉਹਨਾਂ ਦੇ ਸਭ ਤੋਂ ਛੋਟੇ ਭਰਾ, ਸਾਰੇ 7 ਭੈਣ ਭਰਾਵਾਂ ਦੇ ਵਿੱਚੋਂ ਜਿਹੜੇ ਕਿ ਹਰਦਿਆਲ ਬੈਂਸ ਸਨ, ਕੈਨੇਡਾ ਦੇ ਵਿੱਚ 60ਵਿਆਂ ਤੋਂ ਬਾਅਦ ਜਿਵੇਂ ਇੰਗਲੈਂਡ ਤੋਂ ਬਾਅਦ ਇੱਥੇ ਆਏ, 70ਵਿਆਂ ਦੇ ਵਿੱਚ 1975 ਦੇ ਵਿੱਚ ਉਹ ਬਲੈਕ ਲਿਸਟ ਇੰਡੀਆ ਦੇ ਵੱਲੋਂ ਕਰ ਦਿੱਤੇ ਗਏ ਸਨ। ਤੇ ਇਹ ਇੱਕ ਇਤਿਹਾਸਕ ਪੱਖ ਹੈ ਕਿ ਜਦੋਂ ਐਮਰਜੈਂਸੀ ਲੱਗੀ ਸੀ, ਜਿਸ ਵੇਲੇ ਜਸਟਿਸ ਬੈਂਸ ਇੱਥੇ ਆਏ ਤਾਂ ਇੱਕ ਵਾਰ ਉਹਨਾਂ ਦਾ ਮਨ ਹੀ ਬਣ ਗਿਆ ਕਿ ਮੈਂ ਇਸ ਸਮੇਂ ਜਿਹੜਾ ਹੈ ਇੱਥੋਂ ਹੀ ਸੰਘਰਸ਼ ਹੀ ਸ਼ੁਰੂ ਕਰ ਦਿਆਂ, ਕਿਉਂਕਿ ਆਪਣੇ ਭਰਾ ਤੋਂ ਬੇਹੱਦ ਪ੍ਰਭਾਵਿਤ ਸਨ। ਤੇ ਇਹ ਗੱਲ ਅਕਸਰ ਕਹਿੰਦੇ ਸਨ ਕਿ ਸਾਡੇ ਪਰਿਵਾਰ ਦੇ ਵਿੱਚ ਲਿਆਕਤ ਦੇ ਪੱਖੋਂ, ਸੰਘਰਸ਼ ਦੇ ਪੱਖੋਂ ਜੇਕਰ ਕੋਈ ਸਰਬੋਤਮ ਕਿਹਾ ਜਾ ਸਕਦਾ ਤਾਂ ਇਹ ਸਾਡਾ ਛੋਟਾ ਅਜੀਜ਼ ਹੈ। ਇੰਨਾ ਪਿਆਰ ਕਰਦੇ ਸਨ ਹਰਦਿਆਲ ਬੈਂਸ ਨੂੰ। ਤੇ ਉਹਨਾਂ ਨੇ ਕਿਹਾ ਆਪਣੀ ਕਿਤਾਬ ਦੇ ਵਿੱਚ ਕਿ ਜਦੋਂ ਮੈਂ 75ਵਿਆਂ ਦੇ ਵਿੱਚ ਦੇਖਿਆ ਕਿ ਮੇਰੇ ਭਰਾ ਦਾ ਜਿਹੜਾ ਹੈ ਪਾਸਪੋਰਟ ਭਾਰਤ ਸਰਕਾਰ ਨੇ ਰੱਦ ਕਰ ਦਿੱਤਾ, ਤੇ ਮੈਂ ਬੜਾ ਜਜ਼ਬਾਤੀ ਹੋਇਆ ਕਿ ਜਿਸ ਤਰ੍ਹਾਂ ਦਾ ਧੱਕਾ ਹੀ ਕਰ ਰਹੇ ਇੰਟੈਲੈਕਚੁਅਲ ਲੈਵਲ 'ਤੇ ਲੋਕਾਂ ਨਾਲ ਕਿਵੇਂ ਹੈ। ਇੱਥੇ ਹੀ ਬਸ ਨਹੀਂ, 88ਵਿਆਂ ਦੇ ਵਿੱਚ ਜਦੋਂ ਰਾਜੀਵ ਗਾਂਧੀ ਕਾਮਨਵੈਲਥ ਦੇ ਵਿੱਚ ਕੈਨੇਡਾ 'ਚ ਆਇਆ ਤੇ ਬਕਾਇਦਾ ਸੁਰੱਖਿਆ ਦੇ ਨਾਂ 'ਤੇ ਬੜਾ ਕੁਛ ਇੱਥੇ ਭਰਮਾਰ ਕੀਤੀ ਗਈ। ਉਸ ਵੇਲੇ ਪੈਰਲਲ ਕਾਨਫਰੰਸ ਜਿਹੜੀ ਹੈ ਹਰਦਿਆਲ ਬੈਂਸ ਜਾਂ ਉਹਨਾਂ ਦੀ ਸੰਸਥਾ ਵੱਲੋਂ ਕੀਤੀ ਗਈ। ਜਸਟਿਸ ਬੈਂਸ ਹੋਰਾਂ ਨੇ ਲਾਜਵਾਬ ਕਰ ਦਿੱਤਾ। ਉਸ ਵੇਲੇ ਵੀ ਉਹਨਾਂ ਨੇ ਬਕਾਇਦਾ ਤੌਰ 'ਤੇ ਇੱਥੇ ਆਪਣੇ ਸੰਬੋਧਨਾਂ ਦੇ ਵਿੱਚ ਇਹ ਕਿਹਾ ਕਿ ਭਾਰਤ ਵਿੱਚ ਕਿਸ ਤਰ੍ਹਾਂ ਘੱਟ ਗਿਣਤੀਆਂ ਅਸੁਰੱਖਿਅਤ ਨੇ। ਤੇ 2007-08 ਦੇ ਵਿੱਚ ਉਹਨਾਂ ਦੀ ਆਖਰੀ ਫੇਰੀ ਸੀ, ਜਿਸ ਦੌਰਾਨ ਉਹਨਾਂ ਨੂੰ ਮਿਲਣ ਦਾ ਮੌਕਾ ਮਿਲਿਆ ਅਤੇ ਬਕਾਇਦਾ ਤੌਰ 'ਤੇ ਉਹਨਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ। ਸੋ ਰਿਸ਼ਤੇਗਤ ਸਾਂਝ ਦੇ ਵਿੱਚ, ਸਿਧਾਂਤਕ ਸਾਂਝ ਦੇ ਵਿੱਚ ਕੈਨੇਡਾ ਦੇ ਨਾਲ ਉਹਨਾਂ ਦਾ ਕਾਫੀ ਲਗਾਓ ਰਿਹਾ। ਤੇ ਮੈਨੂੰ ਲੱਗਦਾ ਜਿੰਨੀਆਂ ਲਿਖਤਾਂ ਵੀ ਅੱਜ ਸਾਡੇ ਸਾਹਮਣੇ ਉਹਨਾਂ ਦੀਆਂ ਹਨ, ਕੱਲੀ ਕੱਲੀ ਲਿਖਤ ਦਾ ਜਿਹੜਾ ਪ੍ਰਕਾਸ਼ਨ ਹੈ ਮੁੱਢਲੇ ਰੂਪ ਦੇ ਵਿੱਚ ਕੈਨੇਡਾ ਤੋਂ ਹੋਇਆ। ਸੋ ਇਸ ਤਰ੍ਹਾਂ ਜਸਟਿਸ ਸਾਹਿਬ ਦਾ ਕੈਨੇਡਾ ਦੇ ਨਾਲ ਹੋਰ ਕਿਸੇ ਨਾਲੋਂ ਵੀ ਜ਼ਿਆਦਾ ਡੂੰਘਾ ਰਿਸ਼ਤਾ ਹੈ। ਨਹੀਂ, ਕੋਈ ਸ਼ੱਕ ਨਹੀਂ, ਜਿਹੜਾ ਹਰਦਿਆਲ ਬੈਂਸ ਨੇ ਆਪਣਾ ਜਿਹੜਾ ਕੰਮ ਇੱਥੇ ਕੀਤਾ, ਉਹ ਉਸ ਦੇ ਲਈ ਕਈ ਲੋਕੀ ਉਹਨਾਂ ਤੋਂ ਪ੍ਰਭਾਵਿਤ ਸੀਗੇ, ਇੱਕ ਪੂਰੀ ਜਨਰੇਸ਼ਨ ਨੂੰ ਪ੍ਰਭਾਵਿਤ ਕੀਤਾ। ਅੱਜ ਵੀ ਉਹਨਾਂ ਦੇ ਨਾਲ ਭਾਵਨਾਤਮਕ ਤੌਰ 'ਤੇ ਜਿਹੜੇ ਲੋਕ ਸਰਗਰਮ ਨੇ ਇੱਥੇ, ਚਾਹੇ ਉਹਨਾਂ ਦੀ ਗਿਣਤੀ ਘੱਟ ਰਹੀ ਹੈ, ਪਰ ਉਹਨਾਂ ਨੇ ਕੰਮ ਜਿਹੜਾ ਕੀਤਾ ਉਸ ਨੂੰ ਲੋਕੀ ਯਾਦ ਕਰਦੇ। UBC 'ਚ ਬਕਾਇਦਾ ਇੱਕ ਲਾਇਬ੍ਰੇਰੀ ਹੈ, ਲਾਇਬ੍ਰੇਰੀ ਦੇ ਬਾਹਰ ਇੱਕ ਬੈਂਚ ਦੇ ਉੱਤੇ ਉਹਨਾਂ ਦਾ ਨਾਂ ਜੜਿਆ ਹੋਇਆ, ਮਤਲਬ ਉਸ ਬੈਂਚ ਨੂੰ ਅਰਪਿਤ ਕੀਤਾ ਗਿਆ ਉਹਨਾਂ ਨੂੰ, ਕਿਉਂਕਿ ਉੱਥੇ ਪੜ੍ਹਦੇ ਹੁੰਦੇ ਸੀ। ਸੋ ਹਰਦਿਆਲ ਬੈਂਸ ਦਾ ਨਾਂ ਦੇ ਨਾਲ ਲੋਕੀ ਜਾਣੂ ਨੇ, ਖਾਸ ਤੌਰ 'ਤੇ ਕਮਿਊਨਿਸਟ ਸਫਾਂ ਦੇ ਵਿੱਚ ਉਹਨਾਂ ਦਾ ਨਾਂ ਕਾਫੀ ਇੱਜ਼ਤ ਨਾਲ ਲਿਆ ਜਾਂਦਾ। ਸੋ ਹਰਦਿਆਲ ਬੈਂਸ ਦੇ ਥਰੂ ਤਾਂ ਉਹਨਾਂ ਦਾ ਇੱਕ ਅਜੀਤ ਸਿੰਘ ਬੈਂਸ ਦਾ ਇੱਕ ਸੰਬੰਧਕ ਰਹਿਣਾ ਬਣ ਹੀ ਗਿਆ। ਖਾਲੜਾ ਸਾਹਿਬ ਦੇ ਕੇਸ ਦਾ ਇਹ ਸੀ ਨਾ ਕਿ ਬਾਬਾ ਹਰਨਾਮ ਸਿੰਘ ਜੀ ਕਾਮਾਗਾਟਾ ਮਾਰੂ ਜਹਾਜ਼ 'ਤੇ ਸਵਾਰ ਸੀਗੇ, ਜਿਹਨੂੰ ਉੱਥੋਂ ਮੋੜਿਆ ਗਿਆ। ਬਾਅਦ 'ਚ ਉਹਨਾਂ ਦਾ ਪੋਤਾ ਜਦੋਂ ਇੱਥੇ ਆਉਂਦਾ, ਉਸਨੂੰ ਮੌਕਾ ਮਿਲਦਾ ਇੱਥੇ ਸ਼ਰਨ ਆਉਂਦਾ, ਉਸ ਨੂੰ ਛੱਡ ਕੇ ਉਹ ਹਿਊਮਨ ਰਾਈਟਸ ਦੀ ਲੜਾਈ ਲੜਨ ਲਈ ਵਾਪਸ ਜਾ ਕੇ ਸ਼ਹੀਦ ਹੁੰਦਾ। ਕੋਈ ਛੋਟੀ ਮੋਟੀ ਗੱਲ ਤਾਂ ਹੈ ਨਹੀਂ ਸੀ। ਇੱਕ ਹੋਰ ਜਿਹੜੀ ਸਾਂਝ ਉਹਨਾਂ ਦੀ ਬਣਦੀ ਕਿ ਦੋਨਾਂ ਦੇ ਹੀ ਟੱਬਰਾਂ ਨੂੰ ਕਿਤੇ ਨਾ ਕਿਤੇ ਗੁੜਤੀ ਮਿਲੀ ਹੋਈ ਸੀ ਕਿ ਆਜ਼ਾਦੀ ਦੀ ਲੜਾਈ ਵਿੱਚ ਉਹਨਾਂ ਨੇ ਹਿੱਸਾ ਪਾਇਆ, ਜ਼ੁਲਮ ਦੇ ਖਿਲਾਫ ਲੜਦੇ ਰਹੇ ਨੇ, ਔਰ ਅਗਾਂਹ ਜਾ ਕੇ ਇਹਨਾਂ ਦੇ ਉੱਤੇ ਵੀ ਉਸਦਾ ਅਸਰ ਪਿਆ, ਅਜੀਤ ਸਿੰਘ ਬੈਂਸ 'ਤੇ ਵੀ ਔਰ ਖਾਲੜਾ ਸਾਹਿਬ 'ਤੇ ਵੀ। ਇਹਨਾਂ ਨੇ ਵੀ ਉਸ ਮਿਸ਼ਨ ਨੂੰ ਅੱਗੇ ਜਾਰੀ ਰੱਖਿਆ ਆਪਣੇ ਸਮਿਆਂ ਦੇ ਵਿੱਚ। ਹਾਲਾਂਕਿ ਦੇਖੋ ਵਿਡੰਬਣਾ ਹੈ ਕਿ ਦੋਨਾਂ ਦੇ ਹੀ ਮਤਲਬ ਬਜ਼ੁਰਗਾਂ ਨੇ ਆਜ਼ਾਦੀ ਲੜਾਈ 'ਚ ਹਿੱਸਾ ਪਾਇਆ ਹੋਵੇ, ਅਖੀਰ 'ਚ ਇਹਨਾਂ ਨੂੰ ਜਾ ਕੇ ਇਸ ਦੌਰ ਦੇਖਣਾ ਪਿਆ ਜਿੱਥੇ ਸਿੱਖਾਂ ਵਿੱਚ ਬੇਗਾਨਗੀ ਦੀ ਭਾਵਨਾ ਆ ਗਈ, ਔਰ ਉਹਨਾਂ ਨੂੰ ਲੱਗਦਾ ਸੀ ਕਿ ਵੀ ਇਹ ਜਿਹੜੇ ਲੋਕ ਆਪਣੇ ਵੱਖਰੇ ਘਰ ਦੇ ਲਈ ਲੜਾਈ ਲੜ ਰਹੇ, ਉਹਨਾਂ ਨੂੰ ਕਿਸ ਤਰੀਕੇ ਨਾਲ ਉਹਨਾਂ ਦੀ ਆਜ਼ਾਦੀ ਨੂੰ ਦਬਾਇਆ ਜਾ ਰਿਹਾ, ਬੋਲਣ ਦੀ ਆਜ਼ਾਦੀ ਨੂੰ ਦਬਾਇਆ ਜਾ ਰਿਹਾ, ਔਰ ਕਿਵੇਂ ਉਸ ਗੱਲ ਨੂੰ ਲੈ ਕੇ ਫਿਕਰਮੰਦ ਜਾਂ ਬੇਚੈਨ ਸੀਗੇ। ਇਹ ਜਿਹੜਾ ਐਡਾ ਵੱਡਾ ਮਤਲਬ ਫਰਕ ਪੈ ਗਿਆ ਮਾਹੌਲ ਦਾ, ਉਹਦੇ ਲਈ ਜ਼ਿੰਮੇਵਾਰ ਕੌਣ ਸੀਗਾ? ਜ਼ਾਹਰਾ ਤੌਰ 'ਤੇ ਹਾਕਮ ਜਮਾਤਾਂ, ਜਿਨ੍ਹਾਂ ਨੇ ਦੇਸ਼ ਵੰਡ ਤੋਂ ਬਾਅਦ, ਆਜ਼ਾਦੀ ਤੋਂ ਬਾਅਦ ਲੋਕਾਂ ਨੂੰ ਝਾਂਸਾ ਦੇ ਕੇ, ਵਰਗਲਾ ਕੇ, ਚੋਗਾ ਪਾ ਕੇ ਤੇ ਸੋ ਕਾਲਡ ਆਜ਼ਾਦੀ ਲੈ ਲਈ, ਫਾਇਦਾ ਵੀ ਉਸਦਾ ਆਪ ਲਿਆ, ਆਬਾਦੀ ਦੇ ਹਿੱਸੇ ਨੂੰ ਉਸ ਤੋਂ ਵਾਂਝੇ ਕਰ ਦਿੱਤਾ ਗਿਆ। ਸੋ ਇਹ ਵੀ ਸਾਨੂੰ ਇੱਕ ਸਮਝਣੀ ਪੈਣੀ ਗੱਲ ਆ ਬਲੀ। ਜਿਵੇਂ ਦੇਸ਼ ਭਗਤੀ ਦੀ ਗੱਲ ਉਹਨਾਂ ਦੇ ਗੁੜਤੀ ਦੇ ਵਿੱਚ ਮਿਲਣ ਦੀ ਗੱਲ ਸੀ, ਇਹ ਮਿਸਾਲ ਜਸਟਿਸ ਅਜੀਤ ਸਿੰਘ ਬੈਂਸ ਹੋਰਾਂ ਦੀ ਦੇਖੀ ਜਾ ਸਕਦੀ ਹੈ ਕਿ ਉਹਨਾਂ ਨੇ ਆਪਣੀਆਂ ਜਿਹੜੀਆਂ ਕਿਤਾਬਾਂ ਉਹਨਾਂ ਨੂੰ ਬਕਾਇਦਾ ਤੌਰ 'ਤੇ ਜਿਹੜਾ ਸਮਰਪਿਤ ਵੀ ਕੀਤਾ। ਉਹ ਸਮਰਪਿਤ ਆਪਣੇ ਪਿਤਾ ਜੀ ਬਾਬੂ ਗੁਰਬਖਸ਼ ਸਿੰਘ ਜੀ ਅਤੇ ਮਾਤਾ ਅੰਮ੍ਰਿਤ ਕੌਰ ਜੀ, ਉਹਨਾਂ ਨੂੰ ਬਕਾਇਦਾ ਤੌਰ 'ਤੇ ਸਮਰਪਿਤ ਕੀਤਾ। ਤੇ ਇਹ ਗੱਲ ਸੱਚ ਹੈ ਕਿ ਉਹਨਾਂ ਦੇ ਵਿੱਚ ਉਹਨਾਂ ਨੇ ਜੋ ਲਿਖਿਆ ਉਹ ਇਹੀ ਲਿਖਿਆ ਕਿ ਇਹਨਾਂ ਪੁਸਤਕਾਂ ਨੂੰ ਦੇਸ਼ ਦੀ ਆਜ਼ਾਦੀ ਲਈ ਸੰਘਰਸ਼ ਕਰਨ ਵਾਲੇ ਆਪਣੇ ਮਾਪਿਆਂ ਨੂੰ ਅਸੀਂ ਸਮਰਪਿਤ ਕਰਦੇ ਹਾਂ। ਹੁਣ ਸਵਾਲ ਇਹ ਹੈ ਕਿ ਉਹ ਜਸਟਿਸ ਅਜੀਤ ਸਿੰਘ ਬੈਂਸ ਜਿਨ੍ਹਾਂ ਨੇ ਆਪਣੇ ਬਜ਼ੁਰਗਾਂ ਦਾ ਮਾਣ ਇਸ ਤਰ੍ਹਾਂ ਇਸ ਆਜ਼ਾਦੀ ਦੇ ਸੰਘਰਸ਼ ਦੇ ਤੌਰ 'ਤੇ ਪੇਸ਼ ਕਰਦਿਆਂ ਵਧਾਇਆ ਤੇ ਆਪਣੀਆਂ ਸਾਰੀਆਂ ਕਿਤਾਬਾਂ ਉਹਨਾਂ ਨੂੰ ਸਮਰਪਿਤ ਕੀਤੀਆਂ,
ਉਹਨਾਂ ਨੂੰ ਹੀ ਜੇਲ੍ਹ ਵਿੱਚ ਡੱਕਿਆ ਗਿਆ ਤੇ ਉਹਨਾਂ ਦੇ ਬਾਰੇ ਪਟੀਸ਼ਨ ਪਾਉਣ ਵਾਲੇ ਮੁਖਰਜੀ ਵਰਗੇ ਉਸ ਵੇਲੇ ਦੇ ਗਵਰਨਰ ਨਰੂਲਾ ਸਾਹਿਬ ਜੋ ਕਿ ਸਾਬਕਾ ਚੀਫ ਜਸਟਿਸ ਸਨ, ਰਜਨੀ ਕਠੌਰੀ ਜਿਹੜੇ ਕਿ ਬਕਾਇਦਾ ਉੱਘੇ ਐਕਟਿਵਿਸਟ ਸਨ, ਜਾਂ ਉਹਨਾਂ ਦੇ ਨਾਲ ਪਤਵੰਤ ਸਿੰਘ ਲੈ ਲਓ, ਜਾਂ ਉਸ ਤੋਂ ਇਲਾਵਾ ਹੋਰ ਬਹੁਤ ਸਾਰੇ ਸਨ। ਉਹਨਾਂ ਨੇ ਭਾਰਤ ਪੱਧਰ ਤੇ ਸੰਘਰਸ਼ ਕੀਤਾ ਪਰ 1.5 ਸਾਲ ਤੱਕ ਉਹ ਪਟੀਸ਼ਨ ਕਿਤੇ ਵੀ ਮੰਨੀ ਤੱਕ ਨਾ ਗਈ। ਆਖਿਰਕਾਰ 1996 ਦੇ ਵਿੱਚ ਉਹਨਾਂ ਨੂੰ ਬਰੀ ਕੀਤਾ ਗਿਆ। ਉਹ ਕਲੰਕ ਜਿਹੜਾ ਹੈ ਭਾਰਤ ਦੇ ਮੱਥੇ ਤੋਂ ਕਦੇ ਨਹੀਂ ਮਿਟਣਾ ਕਿ ਇਤਿਹਾਸ ਵਿੱਚ ਦੇਸ਼ ਦੀ ਵੰਡ ਤੋਂ ਬਾਅਦ ਪਹਿਲਾ ਇੱਕ ਜੱਜ ਜਿਹੜਾ ਕਿ ਹਾਈ ਕੋਰਟ ਦਾ ਬਕਾਇਦਾ ਇੱਕ ਉੱਚ ਅਹੁਦੇ ਤੇ ਰਿਹਾ ਨਿਆਂਕਾਰ ਹੋਵੇ, ਉਸ ਨੂੰ ਜਾਲੀ ਜਿਹੜੇ ਕਿਸੇ ਨਾ ਕਿਸੇ ਕੇਸਾਂ ਦੇ ਵਿੱਚ ਫਸਾ ਕੇ ਜੇਲ੍ਹ ਦੇ ਵਿੱਚ ਬੰਦ ਕੀਤਾ ਗਿਆ ਹੋਵੇ, ਉਸ ਨੂੰ ਉੱਥੇ ਤੰਗ ਪਰੇਸ਼ਾਨ ਕੀਤਾ ਗਿਆ ਹੋਵੇ, ਤਸ਼ੱਦਦ ਕੀਤਾ ਗਿਆ ਹੋਵੇ। ਇਹ ਕਲੰਕ ਕਦੇ ਨਹੀਂ ਮਿਟੇਗਾ। ਪਰ ਨਾਲੋਂ ਨਾਲ ਜਿਹੜੇ ਉਹਨਾਂ ਦੇ ਸੰਘਰਸ਼ ਸਨ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਡਿਸਪੇਰੈਂਸ ਜਿਹੜੀ ਕਮੇਟੀ ਹੈ, ਜਿਹੜੇ ਬੇਕਸੂਰ ਪੰਜਾਬ ਦੇ ਸਿੱਖ ਨੌਜਵਾਨ ਸਨ, ਰਾਮ ਨਰਾਇਣ ਜੀ ਜਿਨ੍ਹਾਂ ਦੀ ਬੜੀ ਵੱਡੀ ਭੂਮਿਕਾ ਸੀ, ਉਹਨਾਂ ਦੇ ਨਾਲ ਮਿਲ ਕੇ ਉਹ ਸਾਂਝੀ ਕਮੇਟੀ ਬਣਾਈ, ਉਸ ਦੇ ਵਿੱਚ ਵੱਡਾ ਕੰਮ ਕੀਤਾ। ਇੰਟਰਨੈਸ਼ਨਲ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਜਿਨ੍ਹਾਂ ਦੇ ਵਿੱਚ ਉਹਨਾਂ ਨਾਲ ਇੰਦਰਜੀਤ ਸਿੰਘ ਜੀ ਸ਼ਾਮਲ ਸਨ, ਜਾਂ ਫਿਰ ਤੁਸੀਂ ਸਰਦਾਰ ਗੁਰਤੇਜ ਸਿੰਘ ਜੀ, ਇਸ ਤੋਂ ਇਲਾਵਾ ਜਨਰਲ ਨਰਿੰਦਰ ਸਿੰਘ ਜੀ, ਉਹ ਸਾਰੇ ਬਕਾਇਦਾ ਉਸ ਸੰਸਥਾ ਦੇ ਵਿੱਚ ਸਨ। ਉਹਨਾਂ ਨੇ ਥਾਂ ਥਾਂ ਤੇ ਜਾ ਕੇ ਇਸ ਗੱਲ ਦੀ ਆਵਾਜ਼ ਬੁਲੰਦ ਕੀਤੀ ਕਿ ਪੰਜਾਬ ਦੇ ਵਿੱਚ ਮਨੁੱਖੀ ਹੱਕਾਂ ਦਾ ਘਾਣ ਕਿਵੇਂ ਹੋ ਰਿਹਾ। ਅਨੇਕਾਂ ਕੇਸਾਂ ਦੀ ਪਛਾਣ ਕੀਤੀ, ਇਸ ਗੱਲ ਨੂੰ ਬਾਕਾਇਦਾ ਤੌਰ ਤੇ ਯਕੀਨੀ ਬਣਾਇਆ ਕਿ ਰਿਪੋਰਟਸ ਜਿਹੜੀਆਂ ਪੰਜਾਬ ਦੀਆਂ ਮਨੁੱਖੀ ਅਧਿਕਾਰਾਂ ਦੇ ਘਾਣ ਦੀਆਂ ਉਹਨੂੰ ਪ੍ਰਕਾਸ਼ਿਤ ਕੀਤਾ ਗਿਆ। ਇੱਥੇ ਕਿ ਜਿਹੜੇ ਪੂਨਾ ਜੇਲ੍ਹ 'ਚ ਬੰਦ ਸਨ, ਰਜਿੰਦਰ ਸਿੰਘ ਜਿੰਦਾ, ਸੁਖਦੇਵ ਸਿੰਘ ਸੁੱਖਾ, ਉਹਨਾਂ ਦੇ ਨਾਲ ਮੁਲਾਕਾਤਾਂ ਕਰਕੇ ਦਸਤਾਵੇਜ਼ੀ ਕੰਮ ਕੀਤਾ। ਬੇਅੰਤ ਕਤਲ ਕੇਸ ਦੇ ਵਿੱਚ ਜੋ ਹਵਾਰਾ ਭਿਓਰਾ ਜਾਂ ਸਾਰੇ ਜਿਹੜੇ ਸਨ, ਉਹਨਾਂ ਸਾਰਿਆਂ ਦੇ ਨਾਲ ਮੁਲਾਕਾਤਾਂ ਕੀਤੀਆਂ। ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ, ਉਹਨਾਂ ਦੀ ਫਾਂਸੀ ਦੀ ਸਜ਼ਾ ਦੇ ਖਿਲਾਫ ਸੰਘਰਸ਼ ਕਰਨ ਵਾਲਿਆਂ ਵਿੱਚ ਵੀ ਜਸਟਿਸ ਬੈਨ ਸ਼ਾਮਲ ਸਨ, ਅਤੇ ਜਰਮਨ ਦੇ ਜਿਹੜੇ ਉਸ ਵੇਲੇ ਉਹਨਾਂ ਦੇ ਬਾਕਾਇਦਾ ਤੌਰ ਤੇ ਚਾਂਸਲਰ ਸਨ, ਉਹਨਾਂ ਤੱਕ ਪਹੁੰਚ ਕੀਤੀ। ਮੈਨੂੰ ਲੱਗਦਾ ਕਿ ਲਗਾਤਾਰ ਉਹਨਾਂ ਦਾ ਸੰਘਰਸ਼ ਜਾਰੀ ਰਿਹਾ। ਜਨਵਰੀ 2022 ਦੇ ਵਿੱਚ ਵੀ ਉਹਨਾਂ ਨੇ ਇੱਕ ਕੇਸ ਦੇ ਵਿੱਚ ਆਪਣੇ ਬਿਆਨ ਕਲਮਬੰਦ ਕਰਾਏ। ਸੋ ਕਹਿਣ ਦਾ ਭਾਵ ਹੈ ਕਿ ਇੱਕ ਸਦੀ ਪੂਰੀ 100 ਸਾਲ ਦਾ ਸਫ਼ਰ ਆਖਰੀ ਦਮ ਤੱਕ ਬੈਂਸ ਸਾਹਿਬ ਨੇ ਬਾਖੂਬੀ ਨਿਭਾਇਆ, ਜਿਹਨਾਂ ਨੂੰ ਅਸੀਂ ਕਹਿ ਸਕਦੇ ਹਾਂ ਕਿ ਉਹਨਾਂ ਦਾ ਦਾਮਨ ਉਹ ਆਖਰੀ ਸਵਾਸ ਤੱਕ ਇੰਨਾ ਪਵਿੱਤਰ ਰਿਹਾ ਤੇ ਉਹ ਆਪਣੀ ਜਿਹੜੀ ਹੈ ਨਿਭਾ ਕੇ ਗਏ ਜਿਹੜੀ ਕਰਨੀ ਸਨ। ਇਸ ਕਰਕੇ ਉਹਨਾਂ ਤੇ ਬੜਾ ਵੱਡਾ ਫਖਰ ਕੀਤਾ ਜਾ ਸਕਦਾ ਹੈ। ਮੈਂ ਮਹਿਸੂਸ ਕਰਦਾ ਕਿ ਜਿਹੜਾ 100ਵਾਂ ਜਨਮ ਦਿਨ ਹੈ ਉਸ ਨੂੰ ਬਹੁਤ ਇੱਕ ਉਤਸ਼ਾਹੀ ਢੰਗ ਨਾਲ ਮਨਾਇਆ ਜਾਣਾ ਚਾਹੀਦਾ। ਹਾਲਾਂਕਿ ਜਦੋਂ ਚੱਲ ਵਸੇ ਉਹਨਾਂ ਦੀ ਮੌਤ 'ਤੇ ਵੀ ਸਾਨੂੰ ਰੋਣ ਦੀ ਥਾਂ 'ਤੇ ਸਾਨੂੰ ਉਸ ਦੇ ਜਸ਼ਨ ਮਨਾਉਣੇ ਚਾਹੀਦੇ, ਜ਼ਿੰਦਗੀ ਦੇ ਜਸ਼ਨ, ਕਿਉਂਕਿ ਜ਼ਿੰਦਗੀ ਉਹਨਾਂ ਦੀ ਬੜੀ ਭਰਪੂਰ ਸੀਗੀ। ਔਰ ਇੱਕ ਉਹਨਾਂ ਦੀ ਮੌਤ ਦੇ ਨਾਲ ਅਸੀਂ ਕਹਿ ਸਕਦੇ ਪੂਰੀ ਸਦੀ ਦਾ ਇੱਕ ਦੌਰ ਦਾ ਅੰਤ ਹੋਇਆ, ਕਿਉਂਕਿ ਉਹਨਾਂ ਨੇ ਬੜਾ ਕੁਝ ਵੇਖਿਆ, ਬੜਾ ਕੁਝ ਹੰਢਾਇਆ ਔਰ ਬੜਾ ਕੁਝ ਦਿੱਤਾ ਸਮਾਜ ਨੂੰ। ਜਸਟਿਸ ਅਜੀਤ ਸਿੰਘ ਬੈਂਸ ਦਾ ਨਾਂ ਹਮੇਸ਼ਾ ਸੁਨਹਿਰੀ ਅੱਖਰਾਂ 'ਚ ਲਿਖਿਆ ਜਾਊਗਾ, ਕਿਉਂਕਿ ਜਸਟਿਸ ਅਜੀਤ ਸਿੰਘ ਬੈਂਸ ਰੰਗਾਨਾਥ ਮਿਸ਼ਰਾ ਨਹੀਂ ਸੀ, ਜਸਟਿਸ ਅਜੀਤ ਸਿੰਘ ਬੈਂਸ ਰੰਜਨ ਗਗੋਈ ਨਹੀਂ ਸੀ। ਉਹੋ ਜਿਹੇ ਵਿਕਾਊ ਜੱਜ ਨਹੀਂ ਸਨ ਜਿਨ੍ਹਾਂ ਨੇ ਸਰਕਾਰ ਦਾ ਪੱਖ ਪੂਰਿਆ, ਬਾਅਦ 'ਚ ਉੱਚੀਆਂ ਪਦਵੀਆਂ 'ਤੇ ਨਵਾਜੇ ਗਏ ਔਰ ਸਾਰੀ ਜੁਡੀਸ਼ਰੀ ਦੀ ਜਿਹੜੀ ਮਾਨ ਮਰਿਆਦਾ ਮਿੱਟੀ 'ਚ ਉਲਗ ਰੱਖ ਦਿੱਤੀ। ਉਹਦੇ ਉਲਟ ਉਸ ਵਿਅਕਤੀ ਨੇ ਉਸ ਦੀ ਮਾਨ ਮਰਿਆਦਾ ਨੂੰ ਬਹਾਲ ਰੱਖਣ ਲਈ ਹਰ ਕੋਸ਼ਿਸ਼ ਕੀਤੀ, ਹਰ ਸੰਭਵ ਕੋਸ਼ਿਸ਼, ਪਰ ਸਟੇਟ ਨੇ ਉਸ ਦੀ ਉਹਨਾਂ ਕੋਸ਼ਿਸ਼ਾਂ ਦਾ ਵਿਰੋਧ ਕਰਕੇ ਇਹ ਦੱਸ ਦਿੱਤਾ ਕਿ ਉਹ ਕਿੰਨਾ ਕੁ ਜੁਡੀਸ਼ਰੀ ਦਾ ਸਤਿਕਾਰ ਕਰਦੀ ਹੈ। ਇਸ ਭੇਤ ਨੂੰ ਜਾਣਨਾ ਬਹੁਤ ਜ਼ਰੂਰੀ, ਔਰ ਤਾਂ ਹੀ ਅਸੀਂ ਵੇਖ ਰਹੇ ਹਾਂ ਕਿਹੋ ਜਿਹੀਆਂ ਘਟੀਆ ਕਿਸਮ ਦੀਆਂ ਮਿਸਾਲਾਂ ਸਾਡੇ ਸਾਹਮਣੇ ਨੇ। ਗਗੋਈ ਇੰਨਾ ਬੇਸ਼ਰਮ ਜੱਜ ਜਿਹੜਾ ਅੱਜ ਰਾਜ ਸਭਾ ਦਾ ਮੈਂਬਰ ਬਣ ਕੇ ਬੈਠਾ। ਰੰਗਨਾਥ ਮਿਸ਼ਰਾ ਨੇ ਵੀ ਇਹੀ ਕੀਤਾ ਸੀਗਾ। 84 ਦੀ ਜਿਹੜੀ ਰਿਪੋਰਟ ਕੱਢੀ, ਸਾਰਿਆਂ ਨੂੰ ਬਰੀ ਕਰ ਦਿੱਤਾ, ਬਾਅਦ 'ਚ ਉਹ ਮਨੋਰਟੀ ਜਿਹੜਾ ਕਮਿਸ਼ਨਰ ਬਣਾਇਆ ਗਿਆ, ਰਾਜ ਸਭਾ ਦਾ ਮੈਂਬਰ ਬਣਾਇਆ ਗਿਆ। ਸੋ ਇਸ ਕਿਸਮ ਦੇ ਉਹਨੂੰ ਇਨਾਮ ਦਿੱਤੇ ਗਏ ਬਾਅਦ 'ਚ। ਸੋ ਇਹ ਦੱਸਦਾ ਕਿ ਕਿਸ ਤਰੀਕੇ ਦੇ ਹਾਲਾਤ ਨੇ ਹਿੰਦੁਸਤਾਨ ਦੇ ਔਰ ਕਿੰਨੀ ਕੁ ਸਟੇਟ ਕਦਰ ਕਰਦੀ ਜੁਡੀਸ਼ਰੀ ਦੀ। ਅਜੀਤ ਸਿੰਘ ਬੈਂਸ ਨੂੰ ਤਾਂ ਜੇ ਸਮਝਿਆ ਜਾਵੇ ਤਾਂ ਉਹ ਅਸਲ 'ਚ ਸਹੀ ਅਰਥਾਂ 'ਚ ਦੇਸ਼ ਭਗਤ ਸਾਬਤ ਹੋਇਆ, ਜਿਸ ਨੂੰ ਇਹਨੇ ਦੇਸ਼ ਵਿਰੋਧੀ ਕਹਿੰਦੇ ਸੀਗੇ, ਕਿਉਂਕਿ ਉਸਨੇ ਤਾਂ ਉਸ ਪੂਰੇ ਸਿਸਟਮ ਦੀ ਮਾਨ ਮਰਿਆਦਾ ਨੂੰ ਬਹਾਲ ਕਰਨ ਲਈ ਹਰ ਤਰ੍ਹਾਂ ਦੀ ਕੋਸ਼ਿਸ਼ ਕੀਤੀ ਹੈ। ਪਰ ਉਸ ਨੂੰ ਸਮਝਣ ਵਾਲਾ ਕੋਈ ਨਹੀਂ ਗਾ, ਕਿਉਂਕਿ ਸਟੇਟ ਨੂੰ ਚਾਹੀਦੇ ਉਹੋ ਜਿਹੇ ਦੁਮ ਛੱਲੇ ਜੱਜ ਜਿਹੜੇ ਉਹਨਾਂ ਦੇ ਅਨੁਸਾਰ ਅਦਾਲਤੀ ਫੈਸਲੇ ਜਾਰੀ ਕਰਨ, ਚਾਹੇ ਰਾਮ ਮੰਦਰ ਦਾ ਮਸਲਾ ਹੋਵੇ, ਚਾਹੇ ਕਸ਼ਮੀਰ ਦਾ ਭਵਿੱਖ ਹੋਵੇ। ਸੋ ਇਹ ਹਾਲਾਤ ਨੇ। ਇਸ ਕਰਕੇ ਅਜੀਤ ਸਿੰਘ ਬੈਂਸ ਦਾ ਨਾਂ ਹਮੇਸ਼ਾ ਲੋਕਾਂ ਦੀ ਕਚਹਿਰੀ ਵਿੱਚ, ਲੋਕਾਂ ਦੇ ਇਤਿਹਾਸ ਵਿੱਚ ਇੱਕ ਨਾਇਕ ਵਾਂਗੂ ਉੱਭਰ ਕੇ ਆਏਗਾ। ਜਿਸ ਤਰ੍ਹਾਂ ਬੈਂਸ ਸਾਹਿਬ ਇੱਕ ਕੜੀ ਵੀ ਸਨ, ਪੁਲ ਸਨ, ਬ੍ਰਿਜ ਸਨ, ਵੱਖ-ਵੱਖ ਵਿਚਾਰਾਂ ਦੇ ਲੋਕਾਂ ਨੂੰ ਇੱਕ ਥਾਂ 'ਤੇ ਇਕੱਠੇ ਕਰਨ ਦਾ। ਉਹਨਾਂ ਦੀ ਕਿਤਾਬ
ਜਿਹੜੀ ਸਿਧਾਂਤਕ ਸਿੱਖਾਂ ਦੀ ਘੇਰਾਬੰਦੀ ਜਿਹੜੀ ਕਿਤਾਬ ਹੈ ਉਸ ਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਘੱਟ ਗਿਣਤੀਆਂ, ਦਲਿਤ ਪੀੜਤ ਲੋਕ, ਅਗਾਂਹਵਧੂ ਲੋਕ ਸਾਰੇ ਮਿਲ ਕੇ ਹਕੂਮਤ ਜਿਹੜੀ ਭਾਰਤ ਦੀ ਹੈ ਉਸ ਦੀ ਦਹਿਸ਼ਤਗਰਦੀ ਦੇ ਖਿਲਾਫ ਲੜੋ, ਸਾਰਿਆਂ ਨੂੰ ਸੱਦਾ ਦਿੱਤਾ। ਤੇ ਵਾਰ-ਵਾਰ ਇਹ ਗੱਲ ਵੀ ਪੇਸ਼ ਕੀਤੀ ਹੈ ਕਿ ਜਿਹੜੇ ਸਿੱਖਾਂ ਨੂੰ ਬਕਾਇਦਾ ਤੌਰ ਤੇ ਸਰਕਾਰ ਖਾਸ ਨੈਰੇਟਿਵ ਦੇ ਅਧੀਨ ਉਹਨਾਂ ਨੂੰ ਦਹਿਸ਼ਤਗਰਦ, ਖਾਲਿਸਤਾਨੀ, ਵੱਖਵਾਦੀ ਪੇਸ਼ ਕਰਦੀ ਹੈ, ਉਹ ਏਜੰਡਾ ਮਿੱਥ ਕੇ ਸਰਕਾਰ ਇਹ ਸਾਰੇ ਕੰਮ ਲਈ ਜ਼ਿੰਮੇਵਾਰ ਹੈ। ਜਦ ਕਿ ਵਿਦੇਸ਼ਾਂ ਦੇ ਵਿੱਚ ਵਸਦੇ ਜਿਹੜੇ ਸਿੱਖ ਨੇ ਉਹਨਾਂ ਦੀ ਸ਼ਾਨ, ਉਹਨਾਂ ਦੀ ਆਨ ਬਾਨ ਬਕਾਇਦਾ ਕਾਇਮ ਹੈ ਤੇ ਉਹ ਕਦੇ ਵੀ ਇਹੋ ਜਿਹੀ ਕੋਈ ਕਾਰਵਾਈ ਨਹੀਂ ਕਰਦੇ ਜਿਹੜੀ ਕਾਰਵਾਈ ਇਸ ਤਰ੍ਹਾਂ ਦੀ ਹੋਵੇ ਜਿਨ੍ਹਾਂ ਬਜ਼ੁਰਗਾਂ ਨੇ, ਉਹਨਾਂ ਦੇ ਵੱਡਿਆਂ ਵਡੇਰਿਆਂ ਨੇ ਜਿਸ ਦੇਸ਼ ਲਈ ਸੰਘਰਸ਼ ਕੀਤਾ ਹੋਵੇ ਉਸ ਦੇ ਉਲਟ ਹੋਵੇ। ਜਸਟਿਸ ਸਾਹਿਬ ਉਹ ਡਿਟੇਲ ਦਿੰਦੇ ਨੇ ਕਿਤਾਬ ਦੇ ਵਿੱਚ ਕਿ ਦੇਸ਼ ਦੀ ਵੰਡ ਉਸ ਤੋਂ ਪਹਿਲਾਂ ਈਵਨ ਜੋ 20ਵੀਂ ਸਦੀ ਦੇ ਸ਼ੁਰੂ ਤੋਂ ਲੈ ਕੇ ਪੰਜਾਬੀਆਂ ਖਾਸ ਕਰ ਸਿੱਖਾਂ ਨੇ ਜੋ ਰੋਲ ਨਿਭਾਇਆ, ਕਿੰਨੀਆਂ ਸ਼ਹਾਦਤਾਂ ਦਿੱਤੀਆਂ, ਕਿੰਨੇ ਕਾਲੇ ਪਾਣੀ ਗਏ, ਕਿੰਨਿਆਂ ਨੇ ਜੇਲ੍ਹਾਂ ਕੱਟੀਆਂ, ਕਿੰਨਿਆਂ ਨੇ ਫਾਂਸੀਆਂ ਦੇ ਰੱਸੇ ਚੁੰਮੇ। ਗਦਰ ਲਹਿਰ ਦੇ ਬਾਰੇ ਵੀ ਵਿਚਾਰ ਕਰਦੇ ਹੋ ਦੱਸਦੇ ਨੇ ਕਿ ਬਹੁਤਾਤ ਉਸ ਦੇ ਵਿੱਚ ਸਿੱਖਾਂ ਦੀ ਸੀ, ਹਾਲਾਂਕਿ ਉਹਨੇ ਧਰਮ ਨਿਰਪੱਖਤਾ ਦੇ ਰੂਪ ਦੇ ਵਿੱਚ ਸਾਰਿਆਂ ਨੂੰ ਕਲਾਵੇ 'ਚ ਲਿਆ ਤੇ ਉਸ ਨੂੰ ਹੀ ਜਾਰੀ ਰੱਖਣ ਦੀ ਲੋੜ ਹੈ। ਜੇ ਜਸਟਿਸ ਅਜੀਤ ਸਿੰਘ ਬੈਂਸ ਦਾ ਸੁਨੇਹਾ ਅੱਜ ਸਾਰੀਆਂ ਧਿਰਾਂ ਜਿਹੜੀਆਂ ਹਕੂਮਤ ਦੇ ਜ਼ਬਰ ਦੇ ਖਿਲਾਫ ਲੜ ਰਹੀਆਂ ਨੇ ਇਕਮੁੱਠ ਹੋ ਕੇ ਕਾਇਮ ਰੱਖਣ ਤਾਂ ਸੱਚਮੁੱਚ ਸਥਿਤੀ ਨੂੰ ਉਹ ਬਦਲ ਸਕਦੇ ਨੇ। ਜਿਵੇਂ ਪਿੱਛੇ ਉਹਨਾਂ ਦੇ 100ਵੇਂ ਜਨਮ ਦਿਨ 'ਤੇ ਇੱਕ ਸੈਮੀਨਾਰ ਦੇ ਵਿੱਚ ਪ੍ਰੋਫੈਸਰ ਹਰਗੋਪਾਲ ਜਿਹੜੇ ਕਿ ਯੂਨੀਵਰਸਿਟੀ ਆਫ ਹੈਦਰਾਬਾਦ ਦੇ ਇੰਟੈਲੈਕਚੁਅਲ ਨੇ, ਉਹਨਾਂ ਨੇ ਜੋ ਵਿਚਾਰ ਦਿੱਤਾ, ਜਿਸ ਕੱਦ ਦੀ ਗੱਲ ਉਹਨਾਂ ਨੇ ਜਸਟਿਸ ਸਾਹਿਬ ਬਾਰੇ ਕੀਤੀ ਤੇ ਕਿਹਾ ਕਿ ਉਹਨਾਂ ਦੇ ਸੰਘਰਸ਼ ਦੇ ਘੋਲ ਨੂੰ ਜਾਰੀ ਰੱਖਣ ਦੀ ਲੋੜ ਹੈ। ਅੱਜ ਲੋੜ ਇਹੀ ਹੈ। ਇਹ ਬੇਸ਼ੱਕ ਜਿੱਥੇ ਕੈਨੇਡਾ ਦੇ ਵਿੱਚ ਇਹ ਉਹਨਾਂ ਦਾ 100ਵਾਂ ਜਨਮ ਦਿਨ ਮਨਾਇਆ ਜਾ ਰਿਹਾ ਹੈ, ਜਿਹੜਾ ਕਿ 22 ਤਾਰੀਖ ਦਿਨ ਐਤਵਾਰ ਨੂੰ ਸਰੀ ਦੇ ਵਿੱਚ ਸਟ੍ਰਾਬੇਰੀ ਹਿੱਲ ਲਾਇਬ੍ਰੇਰੀ 'ਚ ਇਹ ਸਮਾਗਮ 1:30 ਵਜੇ ਤੋਂ ਲੈ ਕੇ 4:30 ਵਜੇ ਤੱਕ ਹੋਏਗਾ। ਉੱਥੇ ਇਹ ਸਾਰੀਆਂ ਵਿਚਾਰਾਂ ਹੋਣਗੀਆਂ। ਬੀਬੀ ਪਰਮਜੀਤ ਕੌਰ ਖਾਲੜਾ, ਸੁਪਤਨੀ ਸ਼ਹੀਦ ਜਸਵੰਤ ਸਿੰਘ ਖਾਲੜਾ, ਉਹਨਾਂ ਤੇ ਉਹਨਾਂ ਵਰਗੀਆਂ ਹੋਰ ਸ਼ਖਸੀਅਤਾਂ ਸ਼ਾਮਲ ਹੋਣਗੀਆਂ। ਲੈਨਨਵਾਦੀ, ਮਾਰਕਸਵਾਦੀ ਹੋਣ, ਗੁਰਦੁਆਰਾ ਸੰਸਥਾਵਾਂ ਦੇ ਨੁਮਾਇੰਦੇ ਹੋਣ ਜਾਂ ਆਮ ਸੱਭਿਆਚਾਰਕ ਜਥੇਬੰਦੀਆਂ ਦੇ ਲੋਕ ਹੋਣ, ਸਧਾਰਨ ਵਿਅਕਤੀ ਹੋਣ, ਸਾਰਿਆਂ ਨੂੰ ਚਾਹੀਦਾ ਵੱਧ ਚੜ੍ਹ ਕੇ ਸ਼ਾਮਲ ਹੋਈਏ। ਭੁਪਿੰਦਰ ਸਿੰਘ ਮੱਲੀ, ਸਾਊਥ ਏਸ਼ੀਅਨ ਰਿਵਿਊ, ਵਿਰਾਸਤ ਫਾਊਂਡੇਸ਼ਨ, ਲੋਕ ਲਿਖਾਰੀ ਸਹਿਤ ਸਭਾ ਉੱਤਰੀ ਅਮਰੀਕਾ, ਰੈਡੀਕਲ ਦੇਸੀ ਅਤੇ ਇਸ ਦੇ ਨਾਲ ਨਾਲ ਬਾਕੀ ਹੋਰ ਜਿਹੜੀਆਂ ਜਥੇਬੰਦੀਆਂ ਉਹਨਾਂ ਦੇ ਵੱਲੋਂ ਵੀ ਭਰਪੂਰ ਇਸ ਦੇ ਲਈ ਸਹਿਯੋਗ ਮਿਲ ਰਿਹਾ ਹੈ। ਸੋ ਜਸਟਿਸ ਸਾਹਿਬ ਦਾ ਜਿਹੜਾ ਸਫ਼ਰ ਹੈ 100 ਸਾਲ ਦਾ, ਉਸ 'ਤੇ ਜਿੰਨਾ ਮਾਣ ਕੀਤਾ ਜਾਏ ਬਹੁਤ ਹੈ। ਉਸ ਗੱਲ ਨੂੰ ਲੈ ਕੇ ਅਸੀਂ ਜਦੋਂ ਦੇਖਦੇ ਹਾਂ ਕਿ ਉਹਨਾਂ ਨੇ ਜਿਹੜੀ ਪੜ੍ਹਾਈ ਵੀ ਕੀਤੀ, ਉਹਨਾਂ ਦੀ ਪੜ੍ਹਾਈ ਜਿਹੜੀ ਕਿ ਮੁੱਢਲੀ ਸੀ, ਚਾਹੇ ਉਹ ਮਾਲਪੁਰ ਹੁਸ਼ਿਆਰਪੁਰ ਤੋਂ ਆਰੰਭ ਹੋਈ ਤੇ ਜਦੋਂ ਵੱਡੇ ਹੋ ਕੇ ਉਹਨਾਂ ਨੇ ਇਸ ਸਥਿਤੀ ਦੇ ਵਿੱਚ ਦੇਖਿਆ ਕਿ ਪੰਜਾਬ ਨੂੰ ਪੜ੍ਹਾਈ ਦੀ ਲੋੜ ਹੈ ਤੇ ਆਪਣੀ ਜ਼ਮੀਨ ਪਿੱਛੇ ਜੇ ਮਾਲਪੁਰ ਕਾਲਜ ਨੂੰ ਸਮਰਪਿਤ ਕਰ ਦਿੱਤੀ, ਦਾਨ ਕਰ ਦਿੱਤੀ। ਇਹ ਅਵਸਥਾ, ਸੋਚ ਜਾਂ ਪੜ੍ਹਾਈ ਦੀ ਵੈਲਿਊ, ਕਦਰ ਜਿਹੜੀ ਹੈ ਅੱਜ ਲੋੜ ਹੈ ਜਿਹੜੇ ਕਿ ਸਾਡਿਆਂ 'ਚੋਂ ਇੰਟੈਲੈਕਚੁਅਲ ਕਿਸਮ ਦੇ ਜਿਹੜੇ ਹੈ ਖੋਜਕਾਰ, ਨਿਆਂਕਾਰ ਇਹੋ ਜਿਹੇ ਪੈਦਾ ਹੋਣ। ਕਿਹਾ ਜਾਂਦਾ ਹੈ ਕਿ ਸਾਡੇ ਕੋਲ ਧਨ ਦੌਲਤ ਬਹੁਤ ਆ ਗਿਆ, ਵਿਦੇਸ਼ਾਂ ਦੇ ਵਿੱਚ ਵੀ ਅਸੀਂ ਵਸਦੇ ਹਾਂ, ਪਰ ਜਿਵੇਂ ਜਸਟਿਸ ਸਾਹਿਬ ਵਰਗੇ ਜਾਂ ਉਹਨਾਂ ਦੇ ਪਰਿਵਾਰ ਦੇ ਹਰ ਮੈਂਬਰ ਦੇ ਕੋਲ ਸਿਰੇ ਦੀ ਐਜੂਕੇਸ਼ਨ ਸੀ, ਹਰ ਖੇਤਰ ਦੇ ਵਿੱਚ ਉਹ ਪੂਰਾ ਐਨ ਸਿਖਰ 'ਤੇ ਪਹੁੰਚੇ। ਅੱਜ ਮੈਨੂੰ ਲੱਗਦਾ ਇਹ ਸੁਨੇਹਾ ਵੀ ਬੜਾ ਜ਼ਰੂਰੀ ਹੈ ਕਿ ਅਸੀਂ ਵਿੱਦਿਆ ਦੇ ਪਸਾਰ ਦੇ ਵਿੱਚ ਅੱਗੇ ਆਈਏ, ਤਾਂ ਹੀ ਦੁਨੀਆ ਨੂੰ ਦੱਸ ਸਕਦੇ ਹਾਂ ਕਿ ਜਿਹੜੀ ਧੱਕੇਸ਼ਾਹੀ, ਜ਼ਬਰ ਹੋ ਰਿਹਾ ਹੈ ਕਿਸ ਕਿਸਮ ਦਾ ਹੋ ਰਿਹਾ। ਜੇ ਸਾਡੇ ਕੋਲ ਪੇਸ਼ ਕਰਨ ਦਾ ਤਰੀਕਾ ਨਹੀਂ ਤੇ ਪੜ੍ਹਾਈ ਨਹੀਂ, ਸ਼ਾਇਦ ਅਸੀਂ ਸੋਚਦੇ ਵੀ ਉਸ ਤੋਂ ਦੂਰ ਰਹਿ ਜਾਂਦੇ ਹਾਂ। ਨਹੀਂ, ਇਹ ਤਾਂ ਬਹੁਤ ਕਮਾਲ ਦੀ ਗੱਲ ਹੈ ਕਿ ਜਿਵੇਂ ਆਪਣੀ ਜ਼ਮੀਨ ਉਹਨਾਂ ਨੂੰ ਅਰਪਿਤ ਕਰ ਦੇ ਕੇ ਸਕੂਲ ਵਾਸਤੇ। ਸੋ ਉਹਦੇ 'ਚ ਇਹ ਵੀ ਹੈ ਕਿ ਅਜੀਤ ਸਿੰਘ ਬੈਂਸ ਦਾ ਇੱਕ ਪੱਖ ਸਾਡੇ ਸਾਹਮਣੇ ਇਹ ਵੀ ਆ ਗਿਆ ਕਿ ਸਿਰਫ ਉਹ ਮਨੁੱਖੀ ਹੱਕਾਂ ਦੀ ਗੱਲ ਨਹੀਂ ਕਰ ਰਹੇ, ਉਹ ਇਸ ਗੱਲ ਨੂੰ ਸਮਝਦੇ ਕਿ ਵਿੱਦਿਆ ਇੱਕ ਸੱਚਮੁੱਚ ਬੁਨਿਆਦੀ ਮਨੁੱਖੀ ਹੱਕ ਹੈ ਹਰ ਇਨਸਾਨ ਦਾ, ਉਸ ਨੂੰ ਪ੍ਰਦਾਨ ਕੀਤਾ ਜਾਵੇ, ਜਿਸ ਕਾਰਨ ਆਪਣੀ ਜ਼ਮੀਨ ਵੀ ਉਹ ਸਕੂਲ ਨੂੰ ਦੇ ਗਏ ਨੇ। ਇਹ ਕੋਈ ਛੋਟੀ ਮੋਟੀ ਗੱਲ ਨਹੀਂ ਹੈ। ਹਰ ਇੱਕ ਵਿਅਕਤੀ ਇੰਨਾ ਜੇਰਾ ਨਹੀਂ ਕਰਦਾ ਕਿ ਜ਼ਮੀਨ ਜ਼ਿਆਦਾ ਸਕੂਲ ਦੇ ਨਾਲ ਲਵਾ ਦੇਵੇ। ਔਰ ਅੱਜ ਕੱਲ੍ਹ ਦੇ ਯੁੱਗ ਦੇ ਵਿੱਚ ਜਦੋਂ ਹਰ ਕੋਈ ਜਿਹੜਾ ਜਾਇਦਾਦ ਜੋੜਨ 'ਚ ਲੱਗਾ ਹੋਇਆ, ਉਸ ਦੌਰ ਵਿੱਚ ਇਸ ਤਰ੍ਹਾਂ ਦੀ ਸੋਚ ਰੱਖਣੀ ਇਹ ਕੋਈ ਬਹੁਤ ਵਿਸ਼ਾਲ ਗੱਲ ਸੀ ਉਹਨਾਂ ਦੀ। ਔਰ ਵਾਕਈ ਜਿਵੇਂ ਤੁਸੀਂ ਮੈਂਸ਼ਨ ਕੀਤਾ ਉਹਨਾਂ ਦਾ ਬੇਟਾ, ਜਾਂ ਜਿਵੇਂ ਮੈਂ ਉਤਸਵ ਦੀ ਵੀ ਗੱਲ ਕੀਤੀ ਹੈ ਉਹਨਾਂ ਦੇ ਪੋਤੇ ਬਾਰੇ, ਉਹ ਬਕਾਇਦਾ ਉਹਨਾਂ ਨੇ ਉਸ ਘਰ ਦੇ ਵਿੱਚ ਇੱਕ ਮਾਹੌਲ ਇਹੋ ਜਿਹਾ ਪੈਦਾ ਕੀਤਾ ਜਿਸ ਕਾਰਨ ਉਹਨਾਂ ਦੇ ਘਰ 'ਚ ਨਵੀਂ ਪੀੜ੍ਹੀ ਵੀ ਉਸ ਪਾਸੇ ਨੂੰ ਜਿਹੜੀ ਹੈ ਕੰਮ ਕਰਨ ਲਈ ਰੁੱਝੀ ਹੋਈ ਹੈ। ਸਭ ਤੋਂ ਵੱਡੀ ਗੱਲ ਜਿਹੜਾ ਤੁਸੀਂ ਕੋਈ ਇਸ਼ਾਰਾ ਕੀਤਾ ਸੀਗਾ, ਥੋੜ੍ਹੀ ਜਿਹੀ ਮੈਂ ਗੱਲ ਕਰਨੀ ਚਾਹੂੰਗਾ ਕਿ ਇੱਕ ਦਸਤਾਵੇਜ਼ ਹੋਰ ਕੱਢਿਆ ਗਿਆ ਸੀ ਬੜਾ ਅਹਿਮ, ਉਹਦਾ ਨਾਂ ਸੀ ਸਿੰਫਨੀ ਆਫ ਫਰੀडम। ਹਿੰਦੁਸਤਾਨ ਵਿੱਚ ਵੱਖ-ਵੱਖ ਕੌਮੀਅਤਾਂ ਦੀਆਂ ਲੜਾਈਆਂ ਚੱਲ ਰਹੀਆਂ ਆਪਣੀ ਪਛਾਣ ਵਾਸਤੇ, ਆਪਣੀ ਹੋਂਦ ਵਾਸਤੇ।
ਉਹਨਾਂ ਦੇ ਸੰਬੰਧੀ ਲੋਕਾਂ ਨੇ, ਉਹਨਾਂ ਜਿਹੜੇ ਮੂਵਮੈਂਟ ਨਾਲ ਜੁੜੇ ਲੋਕ, ਉਹਨਾਂ ਨੇ ਕੁਛ ਨਾ ਕੁਛ ਲਿਖ ਕੇ ਕੰਟਰੀਬਿਊਟ ਕੀਤਾ ਸੀਗਾ। ਉਸ ਕਿਤਾਬ 'ਚ ਵਿੱਚ ਨਾਗਾਲੈਂਡ ਦੇ ਲੋਕਾਂ ਦੀ ਕਹਾਣੀ ਸੀਗੀ, ਜਿਹੜੇ ਲੋਕ ਆਦੀਵਾਸੀ ਨੇ ਉਹਨਾਂ ਦੇ ਘੋਲਾਂ ਦੀ ਕਹਾਣੀ ਸੀ, ਹੈ ਨਾ, ਕਸ਼ਮੀਰੀਆਂ ਦੀ ਕਹਾਣੀ ਸੀ। ਇਸੇ ਤਰੀਕੇ ਨਾਲ ਪੰਜਾਬ ਦਾ ਕੇਸ ਬਹੁਤ ਖੂਬੀ ਦੇ ਨਾਲ ਅਜੀਤ ਸਿੰਘ ਬੈਂਸ ਨੇ ਪੇਸ਼ ਕੀਤਾ ਸੀਗਾ। ਸੋ ਉਸ ਵੱਡੇ ਮੰਚ 'ਤੇ ਵੀ ਉਸ ਮਸਲੇ ਨੂੰ ਲੈ ਕੇ ਗਏ, ਜਿੱਥੇ ਕਿ ਹੋਰ ਕੌਮੀਅਤਾਂ ਦੇ ਲੋਕ ਵੀ ਆਪਣੀ ਆਪਣੀ ਲੜਾਈ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕਰ ਰਹੇ ਸੀ। ਇਸ ਕੰਮ ਬਾਰੇ ਵੀ ਚਰਚਾ ਹੋਣੀ ਚਾਹੀਦੀ ਹੈ। ਸਹੀ ਗੱਲ ਜੀ। ਜਿਸ ਤਰ੍ਹਾਂ ਅਸੀਂ ਕੁਝ ਪ੍ਰੋਫੈਸਰਸ ਦੀ ਗੱਲ ਕੀਤੀ ਹੈ ਜਿਨ੍ਹਾਂ ਨੇ ਉਹਨਾਂ ਦੇ ਜੋ 100ਵੇਂ ਜਨਮ ਦਿਨ 'ਤੇ ਚੰਡੀਗੜ੍ਹ 'ਚ ਜਿਹੜਾ ਸੰਮੇਲਨ ਹੋਇਆ ਉੱਥੇ ਵਿਚਾਰ ਦਿੱਤੇ, ਉਹਨਾਂ ਸਾਰਿਆਂ ਦੇ ਨਾਲ ਉਹਨਾਂ ਦੀ ਸਨੇਹ ਸਾਂਝ ਰਹੀ ਹੈ। ਅੱਜ ਜਦੋਂ ਅਸੀਂ ਪ੍ਰੋਫੈਸਰ ਬਾਰਬਰਾ ਰਾਓ ਦੀ ਗੱਲ ਕਰਦੇ ਹਾਂ, ਪ੍ਰੋਫੈਸਰ GN ਸਾਈ ਬਾਬਾ ਦੀ ਗੱਲ ਕਰਦੇ ਹਾਂ, ਜਾਂ ਇਸ ਤੋਂ ਇਲਾਵਾ ਆਨੰਦ ਤੇਲ ਤੁੰਬੜੇ ਜਾਂ ਗੌਤਮ ਨਵਲਖਾ, ਇਹਨਾਂ ਸੰਸਥਾਵਾਂ ਦੀ ਗੱਲ ਕਰਦੇ ਹਾਂ ਜਿਨ੍ਹਾਂ ਨੇ ਹੂ ਆਰ ਦਾ ਗਿਲਟੀ, ਦੋਸ਼ੀ ਕੌਣ, ਇਹ ਕਿਤਾਬਚਾ ਵੀ ਕੱਢਿਆ। ਜਸਟਿਸ ਸਾਹਿਬ ਉਸ ਨੂੰ ਲੈ ਕੇ ਵੀ ਲਗਾਤਾਰ ਸੰਪਰਕ 'ਚ ਰਹੇ ਅਤੇ ਉਸ ਪੱਧਰ ਦੀ ਉਹਨਾਂ ਦੀ ਸੋਚ ਕਿ ਮਨੁੱਖੀ ਹੱਕਾਂ ਦੇ ਲਈ ਲੜਾਈ ਜਿਹੜੀ ਹੈ ਸਾਰਿਆਂ ਦੀ ਸਾਂਝੀ ਹੈ, ਕਿਸੇ ਇੱਕ ਦੀ ਧਿਰ ਨਹੀਂ, ਉਹ ਕਮਾਲ ਦੀ ਹੈ। ਇਸ ਤੋਂ ਵੱਡਾ ਸੁਨੇਹਾ ਕੀ ਹੋ ਸਕਦਾ ਹੈ। ਅਸੀਂ ਤਹਿ ਦਿਲੋਂ ਉਹਨਾਂ ਦੀ ਦੇਣ ਨੂੰ ਸਿਰ ਝੁਕਾ ਕੇ ਸਜਦਾ ਕਰਦੇ ਹਾਂ। ਸੋ ਗੁਰਪ੍ਰੀਤ ਸਿੰਘ ਜੀ, ਤੁਹਾਡੇ ਵਿਚਾਰਾਂ ਲਈ ਤੁਸੀਂ ਆਪਣੀ ਸੰਸਥਾ ਰਾਹੀਂ ਜੋ ਉਹਨਾਂ ਨੂੰ ਪਰਸਨ ਆਫ ਦੀ ਈਅਰ ਦਾ ਸਤਿਕਾਰ ਦਿੱਤਾ, ਉਸ ਦੇ ਲਈ ਖੋਜ ਅਤੇ ਰਚਨਾ ਜਿਹੜੀ ਲਿਖਤ ਤੁਸੀਂ ਪੇਸ਼ ਕੀਤੀ ਹੈ, ਉਸ ਦੇ ਲਈ ਤਹਿ ਦਿਲੋਂ ਸ਼ੁਕਰੀਆ। ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ ਜੀ ਗੁਰਦਸ ਜੀ। ਬਹੁਤ ਧੰਨਵਾਦ ਜੀ। ਇਸ ਤਰ੍ਹਾਂ ਅਖੀਰ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਜਸਟਿਸ ਅਜੀਤ ਸਿੰਘ ਬੈਂਸ ਦਾ 1922 ਤੋਂ ਲੈ ਕੇ 2022 ਤੱਕ ਦਾ ਸਫ਼ਰ ਸ਼ਾਨਦਾਰ ਰਿਹਾ। ਅਸੀਂ ਉਸ ਦੀ ਕਦਰ ਕਰੀਏ, ਉਸ ਨੂੰ ਜਾਣੀਏ। ਅਸੀਂ ਜਜ਼ਬੇ ਦੇ ਵਿੱਚ ਕਈ ਵਾਰ ਸਾਮਇਕ ਵਿਅਕਤੀਆਂ ਦੇ ਪਿੱਛੇ ਬਹੁਤ ਜ਼ਿਆਦਾ ਸਰਗਰਮ ਹੋ ਜਾਂਦੇ ਹਾਂ, ਪਰ ਲੰਮੇ ਸਫ਼ਰ 'ਤੇ ਚੱਲਣ ਵਾਲੇ ਵਿਅਕਤੀਆਂ ਨੂੰ ਅੱਖੋਂ ਪਰੋਖੇ ਕਰ ਦਿੰਦੇ ਹਾਂ। ਜਸਟਿਸ ਸਾਹਿਬ ਤੋਂ ਬਹੁਤ ਕੁਝ ਮਿਲ ਸਕਦਾ ਹੈ, ਜਿਹੜੇ ਅਸੀਂ ਆਖਰੀ ਮੁਲਾਕਾਤ ਮੈਨੂੰ ਕਰਨ ਦਾ ਜਦੋਂ ਮੌਕਾ ਮਿਲਿਆ, ਬੀਬੀ ਸੁਖਵਿੰਦਰ ਕੌਰ ਬੈਂਸ ਹੋਰਾਂ ਦੇ ਘਰੇ ਜਸਟਿਸ ਸਾਹਿਬ ਨੇ ਜਦੋਂ ਗੱਲਾਂ ਬਾਤਾਂ ਕੀਤੀਆਂ, ਉਹ ਮੇਰੇ ਕੋਲ ਜਿਹੜਾ ਦਸਤਾਵੇਜ਼ ਆ ਬਕਾਇਦਾ ਹੈ। ਅਤੇ ਜਦੋਂ ਵੀ ਖਿਆਲ ਕਰੀਦਾ ਅਤੇ ਦੇਖੀਦਾ ਕਿ ਇੱਕ ਬਜ਼ੁਰਗ ਜਿਹੜਾ ਹੈ ਕਿੰਨਾ ਜਜ਼ਬਾ ਰੱਖਦਾ ਹੈ। ਅੱਜ ਉਹਨਾਂ ਦੇ ਨਾ ਹੋਣ ਦੇ ਨਾਲ, ਚਾਹੇ ਸਰੀਰਕ ਤੌਰ 'ਤੇ ਉਹ ਨਹੀਂ, ਪਰ ਸੋਚ ਉਹਨਾਂ ਦੀ ਹਮੇਸ਼ਾ ਕਾਇਮ ਹੈ। ਅਸੀਂ ਉਹਨਾਂ ਦੀ ਉਸ ਸੋਚ ਨੂੰ ਸਲਾਮ ਕਰਦੇ ਹੋਏ ਇਹ ਕਹਿ ਸਕਦੇ हैं कि माना कि इस ज़मीं को ना गुलजार कर सके, कुछ खार कम ही कर गए गुज़रे जिधर से हम, कुछ खार कम ही कर गए गुज़रे जिधर से हम। बहुत शुक्रिया। ਰੀਅਲ ਸਟੇਟ ਦੀਆਂ ਬਿਹਤਰੀਨ ਸੇਵਾਵਾਂ ਲੈਣੀਆਂ ਚਾਹੁੰਦੇ ਹੋ ਤਾਂ ਹਮੇਸ਼ਾ ਯਾਦ ਰੱਖੋ, ਗੁਰਵਿੰਦਰ ਸਿੰਘ ਪਲੈਨਟ ਗਰੁੱਪ ਰਿਐਲਟੀ, ਸਰੀ ਐਬਸਪੋਰਟ, ਜ਼ਿਲ੍ਹਾ ਵੈਕ ਤੱਕ, ਵੈਨਕੂਵਰ ਤੋਂ ਲੈ ਕੇ ਮਿਸ਼ਨ ਤੱਕ ਕੋਈ ਫਾਰਮ ਜਾਂ ਘਰ ਖਰੀਦਣਾ ਤਾਂ ਵੈਬਸਾਈਟ ਤੇ ਜਾ ਕੇ ਜਾਣਕਾਰੀ ਲੈ ਸਕਦੇ ਹੋ www.gurvindersinghdaliwal.com 604 825 1550। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।